अंग 1370 ते अंकित है। कबीर हर का सिमरन छाड़ कै पाल्यो बहुत कुटुंब धंधा करता रह गया भाई रहा ना बंद। कबीर शब्द ते थोड़ा जा रुकांगे। कबीर हर का सिमरन छाड़ कै, इनू के नहीं पढ़ांगे, कै बोलांगे। ला और दुलां दी आम करके पढ़न लग्या गलती हुंदी है, ਇਹਦੇ ਪਾਸੇ खास ध्यान रखना है। पर रह गया दा मतलब मर गया, खत्म हो गया। सिमरन दा मतलब याद, रब्बी गुणा दी याद। पालियो दा मतलब पालदा रहा। बहुत दा मतलब बहुत समा ते कुटुंब दा मतलब है परिवार। कबीर जी कहते ने प्रभु दी याद छड्ड के, रब्बी गुणा दी याद छड्ड के, सच्चाई, दया, प्रेम, निरभैता, निर्वैरता, इंसानियत, ये जिन्ने भी शुभ गुण ने, रब्बी गुण, इन्हां दी याद छड्ड दित्ती। ये याद विच नहीं हन। पालियो बहुत कुटुंब और बहुत समा परिवार पालदा रहा। परिवार किहड़ा पालदा रहा? अखां, कंन, नक आदिक। बंदा विकारां दे विच उलझिया रहा। अखां दे नाल ये परतरे परतन रूप नूं माड़ी नज़र नाल तकदा रहा। ਕੰਨਾਂ ਨੂੰ ਨਿੰਦਿਆ ਆਦਿਕ ਦੀ ਖੁਰਾਕ ਦਿੰਦਾ ਰਿਹਾ। ਜ਼ਬਾਨ ਦੇ ਨਾਲ ਮਾੜਾ ਬੋਲਦਾ ਰਿਹਾ। ਪਹਿਲੀ ਗੱਲ ਤੇ ਦੂਜੀ ਗੱਲ ਹੈ ਕਿ ਰੱਬੀ ਗੁਣਾਂ ਨੂੰ ਛੱਡ ਕੇ ਪਰਿਵਾਰ ਨੂੰ ਪਾਲਣ ਦਾ ਮਤਲਬ ਕਿ ਸਿਰਫ ਸੰਸਾਰਿਕ ਜ਼ਿੰਦਗੀ ਹੀ ਜੀਵੀ, ਸਵਾਰਥ ਵਾਲੀ ਜ਼ਿੰਦਗੀ ਜੀਵੀ। ਪਰਿਵਾਰ ਨੂੰ ਪਾਲਣਾ, ਜਿਹੜਾ ਸਾਡਾ ਪਰਿਵਾਰ ਹੈ, ਧੀਆਂ ਪੁੱਤਰ ਭੈਣ ਭਰਾ, ਜਿੰਨੇ ਵੀ ਰਿਸ਼ਤੇ ਨਾਤੇ ਨੇ, ਇਹਨਾਂ ਦੇ ਨਾਲ ਸਾਨੂੰ ਪਿਆਰ ਕਰਨਾ ਚਾਹੀਦਾ ਹੈ। ਇਹਨਾਂ ਰਿਸ਼ਤਿਆਂ ਨੂੰ ਬੜੇ ਪਿਆਰ ਦੇ ਨਾਲ ਨਿਭਾਉਣਾ ਚਾਹੀਦਾ ਹੈ ਔਰ ਇਹ ਸਾਡੀ ਜ਼ਿੰਮੇਵਾਰੀ ਹੈ, ਇਹ ਸਾਡੇ ਫਰਜ਼ ਨੇ, ਮਨੁੱਖੀ ਫਰਜ਼ ਨੇ। ਲੇਕਿਨ ਇਸ ਪਰਿਵਾਰ ਨੂੰ ਪਾਲਣ ਦੇ ਦੋ ਢੰਗ ਨੇ। ਪਰਿਵਾਰ ਨੂੰ ਪਾਲਣ ਦਾ ਸੱਚਾ ਸੁੱਚਾ ਢੰਗ ਇਹ ਹੈ ਕਿ ਜੀਵਨ ਦੇ ਅੰਦਰ ਸੱਚ ਨੂੰ ਆਧਾਰ ਬਣਾਇਆ ਜਾਏ ਔਰ ਸੱਚ ਨੂੰ ਆਧਾਰ ਬਣਾ ਕੇ ਸੱਚੀ ਕਿਰਤ ਕਰਕੇ ਇਮਾਨਦਾਰੀ ਦੇ ਨਾਲ ਆਪਣੇ ਫਰਜ਼ਾਂ ਨੂੰ ਪੂਰਾ ਕੀਤਾ ਜਾਏ। ਤੇ ਦੂਜਾ ਢੰਗ ਲੋਕਾਂ ਨੇ ਜੋ ਅਪਣਾਇਆ ਹੈ, ਬਹੁਤਾਤ ਗਿਣਤੀ ਨੇ, ਕਿ ਆਪਣੇ ਪਰਿਵਾਰ ਨੂੰ ਸੁੱਖ ਦੇਣ ਵਾਸਤੇ ਦੂਜੇ ਦੇ ਪਰਿਵਾਰਾਂ ਨੂੰ ਦੁੱਖ ਦੇਣਾ, ਆਪਣਾ ਮਕਾਨ ਬਣਾਉਣ ਲਈ ਕਿਸੇ ਦੇ ਪਲਾਟ ਤੇ ਕਬਜ਼ਾ ਕਰ ਲੈਣਾ, ਆਪਣੇ ਬੱਚਿਆਂ ਨੂੰ ਸੁੱਖ ਸਹੂਲਤਾਂ ਦੇਣ ਵਾਸਤੇ ਦੂਜਿਆਂ ਦੇ ਬੱਚਿਆਂ ਨੂੰ ਦੁੱਖਾਂ ਦੇ ਅੰਦਰ ਧਕੇਲ ਦੇਣਾ, ਇਹ ਕਦਾਚਿਤ ਵੀ ਠੀਕ ਨਹੀਂ ਹੈ। ਤੇ ਜਿਹੜਾ ਰੱਬੀ ਗੁਣਾਂ ਨੂੰ ਤਿਆਗ ਦੇਵੇਗਾ, ਜਿਹਦੇ ਅੰਦਰ ਸਤ, ਸੰਤੋਖ, ਦਇਆ, ਧਰਮ ਨਹੀਂ ਹੋਣਗੇ, ਜਿਹਦੇ ਚੇਤੇ ਦੇ ਅੰਦਰ ਰੱਬ ਨਹੀਂ ਹੋਏਗਾ, ਜੋ ਰੱਬੀ ਹੁਕਮ ਦੀ ਪਾਲਣਾ ਨਹੀਂ ਕਰੇਗਾ, ਤਾਂ ਉਹ ਫਿਰ ਆਪਣੇ ਪਰਿਵਾਰ ਦੇ ਅੰਦਰ ਜਾਂ ਰਿਸ਼ਤੇ ਦੇ ਅੰਦਰ ਜਾਂ ਸੰਸਾਰ ਦੇ ਅੰਦਰ ਇਸੇ ਤਰ੍ਹਾਂ ਖਚਤ ਰਹੇਗਾ ਔਰ ਉਹ ਦੁਨੀਆ ਨੂੰ ਦੁੱਖ ਦੇਵੇਗਾ। ਧੰਦਾ ਕਰਤਾ ਰਹਿ ਗਿਆ ਦਾ ਮਤਲਬ ਮਰ ਗਿਆ, ਖਤਮ ਹੋ ਗਿਆ। ਭਾਈ ਰਿਹਾ ਨਾ ਬੰਧ, ਭਾਈ ਦਾ ਮਤਲਬ ਭਰਾ, ਬੰਧ ਦਾ ਮਤਲਬ ਸੰਬੰਧੀ, ਰਿਸ਼ਤੇਦਾਰ। ਤੇ ਧੰਦਾ ਦਾ ਮਤਲਬ ਕਜੀਏ, ਜੰਜਾਲ। ਇਹ ਵਿਚਾਰ ਅਸੀਂ ਪਹਿਲਾਂ ਕਈ ਵਾਰ ਕਰ ਚੁੱਕੇ ਹਾਂ। ਸਾਡੇ ਕੀਤੇ ਹੋਏ ਕੰਮ ਜੋ ਅਸੀਂ ਰੋਜ਼ਮर्रा ਦੀ ਜ਼ਿੰਦਗੀ ਵਿੱਚ ਕਰਦੇ ਹਾਂ, ਇਹ ਭਗਤੀ ਵੀ ਬਣ ਸਕਦੇ ਨੇ ਔਰ ਇਹ ਬੰਧਨ ਅਤੇ ਜੰਜਾਲ ਵੀ ਬਣ ਸਕਦੇ ਨੇ। ਜੇ ਤਾਂ ਬੰਦਾ ਸੱਚ ਨੂੰ ਆਧਾਰ ਬਣਾ ਕੇ ਆਪਣੇ ਕਾਰਜ ਕਰਦਾ ਹੈ ਤਾਂ ਉਹਦਾ ਕੀਤਾ ਹੋਇਆ ਕੰਮ ਜਿਹੜਾ ਹੈ ਉਹ ਕਿਰਤ ਬਣ ਜਾਂਦਾ ਹੈ, ਭਗਤੀ ਬਣ ਜਾਂਦਾ ਹੈ, ਕਿਉਂਕਿ ਉਹਦੇ ਕੰਮਾਂ ਦਾ, ਬੋਲ ਦਾ, ਵਿਹਾਰ ਦਾ ਬੇਸ ਸੱਚ ਹੈ। ਪਰ ਜਦੋਂ ਬੰਦਾ ਝੂਠ, ਲਾਲਚ ਨੂੰ, ਤ੍ਰਿਸ਼ਨਾ ਨੂੰ ਬੇਸ ਬਣਾ ਕੇ ਕੰਮ ਕਰਦਾ ਹੈ, ਉਹ ਕੰਮ ਹੀ ਉਹਦੇ ਆਤਮਿਕ ਜੀਵਨ ਦੇ ਅੰਦਰ ਬੰਧਨ ਬਣ ਜਾਂਦੇ ਨੇ, ਜੰਜਾਲ ਬਣ ਜਾਂਦੇ ਨੇ। ਉਹ ਕੰਮ ਹੀ ਉਹਦੇ ਬੰਧਨਾਂ ਦਾ ਕਾਰਨ, ਦੁੱਖਾਂ ਦਾ ਕਾਰਨ ਬਣ ਜਾਂਦੇ ਨੇ। ਤੇ ਜਦੋਂ ਬੰਦਾ ਐਸੇ ਵਿਕਾਰਾਂ ਦੇ ਵਿੱਚ ਫਸਦਾ ਹੈ ਨਾ, ਤਾਂ ਇੱਕ ਤਾਂ ਭਾਈ ਬੰਧ ਸਾਡੇ ਨੇ, ਅੱਖਾਂ, ਕੰਨ, ਨੱਕ ਆਦਿਕ, ਇਹਨਾਂ ਨੇ ਵੀ ਖਤਮ ਹੋ ਜਾਣਾ ਹੁੰਦਾ ਆਖਿਰ ਸਮਾਂ ਪਾ ਕੇ। ਇਹ ਸਾਡੇ ਆਤਮਿਕ ਜੀਵਨ ਵਿੱਚ ਫਿਰ ਸਾਥ ਨਹੀਂ ਦਿੰਦੇ ਜੇ ਸਾਡੇ ਜੀਵਨ ਦਾ ਬੇਸ ਸੱਚ ਨਹੀਂ ਹੈ ਤਾਂ। ਅੱਖਾਂ, ਕੰਨ, ਨੱਕ ਵੀ ਫਿਰ ਸਾਨੂੰ ਆਤਮਿਕ ਮੌਤ ਵਾਲੇ ਪਾਸੇ ਹੀ ਪ੍ਰੇਰਦੇ ਨੇ। ਦੂਜੀ ਗੱਲ,
ਜਦੋਂ ਬੰਦੇ ਦੇ ਅੰਦਰ ਵਿਕਾਰ ਆ ਜਾਣ ਨਾ, ਪਾਪ ਆ ਜਾਣ, ਤੇ ਆ ਜਿਹੜੇ ਰਿਸ਼ਤੇ ਨਾਤੇ ਨੇ ਭਰਾ ਬੰਧ ਇਹ ਵੀ ਨਹੀਂ ਰਹਿੰਦੇ। ਦੇਖੋ ਕਿੰਨੇ ਸਾਰੇ ਰਿਸ਼ਤੇ ਨਾਤੇ ਨੇ ਜੋ ਸਾਡੇ ਟੁੱਟ ਜਾਂਦੇ ਨੇ। ਕਿੱਡੇ ਕਿੱਡੇ ਵੱਡੇ ਪਰਿਵਾਰ ਸਨ, ਅੱਜ ਉਹ ਪਰਿਵਾਰ ਬਿਖਰ ਗਏ ਨੇ। ਘਰ ਬਹੁਤ ਵੱਡੇ ਵੱਡੇ ਨੇ, ਪਰਿਵਾਰ ਛੋਟੇ ਹੋ ਗਏ ਨੇ। ਰਿਸ਼ਤਿਆਂ ਨਾਤਿਆਂ ਦੇ ਨਾਲ ਮਿਲਣਾ ਵਰਤਣਾ ਕਿਵੇਂ ਹੌਲੇ ਹੌਲੇ ਘਟਦਾ ਜਾ ਰਿਹਾ ਹੈ। ਮਿੱਤਰਤਾਵਾਂ ਟੁੱਟਦੀਆਂ ਜਾ ਰਹੀਆਂ ਨੇ। ਇਨਸਾਨ ਇਨਸਾਨ ਤੋਂ ਦੂਰ ਹੋ ਜਾਂਦਾ ਹੈ ਜਦੋਂ ਜ਼ਿੰਦਗੀ ਦੇ ਅੰਦਰ ਵਿਕਾਰ ਹੁੰਦੇ ਨੇ। ਤਾਂ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਇਨਸਾਨ ਰੱਬੀ ਗੁਣਾਂ ਦੀ ਯਾਦ ਨੂੰ ਛੱਡ ਕੇ, ਜਿਸਨੇ ਰੱਬੀ ਗੁਣਾਂ ਨੂੰ ਆਪਣੇ ਚੇਤੇ ਵਿੱਚ ਨਹੀਂ ਵਸਾਇਆ, ਔਗੁਣਾਂ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਂਦਾ ਹੈ, ਆਖਿਰ ਉਹ ਆਤਮਿਕ ਮੌਤੇ ਮਰ ਜਾਂਦਾ ਹੈ। ਕੋਈ ਭੈਣ ਭਰਾ, ਕੋਈ ਰਿਸ਼ਤੇਦਾਰ ਉਹਦੇ ਆਤਮਿਕ ਜੀਵਨ ਦੇ ਅੰਦਰ ਸਹਾਇਕ ਨਹੀਂ ਹੁੰਦਾ। ਜੇ ਆਤਮਿਕ ਜ਼ਿੰਦਗੀ ਜੀਣੀ ਹੈ ਤਾਂ ਉਹਦੇ ਵਿੱਚ ਸਹਾਇਕ ਕੇਵਲ ਰੱਬੀ ਗੁਣ ਹੋ ਸਕਦੇ ਨੇ, ਹੋਰ ਨਹੀਂ। ਅਗਲਾ ਬਚਨ ਕਰਦੇ ਨੇ ਕਬੀਰ, ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ, ਸਰਪਨ ਹੋਏ ਕੈ ਔਤਰੈ ਜਾਏ ਆਪਣੇ ਖਾਏ। ਹਰ ਕਾ ਸਿਮਰਨ ਦਾ ਮਤਲਬ ਰੱਬੀ ਯਾਦ, ਰੱਬੀ ਗੁਣਾਂ ਦੀ ਯਾਦ। ਹੁਣ ਜਿਵੇਂ ਪਹਿਲੇ ਸ਼ਲੋਕ ਦੇ ਵਿੱਚ ਕਹਿ ਰਹੇ ਨੇ ਨਾ ਕਿ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਭੁਲਾ ਦਿੱਤਾ, ਉਹਨਾਂ ਦਾ ਕੋਈ ਭਾਈ ਬੰਦ ਨਾ ਰਿਹਾ, ਯਾਨੀ ਆਤਮਿਕ ਜੀਵਨ ਦੇ ਅੰਦਰ ਉਹਨਾਂ ਦਾ ਕੋਈ ਸਾਥੀ ਨਾ ਰਿਹਾ, ਉਹ ਆਤਮਿਕ ਮੌਤੇ ਮਰ ਗਏ। ਕਿਉਂਕਿ ਆਤਮਿਕ ਜੀਵਨ ਦਾ ਜੋ ਸਾਡਾ ਸਾਥ ਹੈ ਉਹ ਕੇਵਲ ਗੁਣਾਂ ਦਾ ਹੈ, ਸੱਚਾਈ ਹੈ, ਦਇਆ ਹੈ, ਪ੍ਰੇਮ ਹੈ। ਜਿਹਦੇ ਅੰਦਰ ਇਹ ਗੁਣ ਹੋਣਗੇ ਉਹ ਬੰਦਾ ਅਸਲੀ ਜ਼ਿੰਦਗੀ ਜੀ ਰਿਹਾ ਹੋਵੇਗਾ। ਬਾਕੀ ਤਾਂ ਜਿਉਣ ਦੀਆਂ ਲਾਸ਼ਾਂ ਰਹਿ ਜਾਂਦੀਆਂ ਨੇ। ਹੁਣ ਅਗਲੇ ਸ਼ਲੋਕ ਦੇ ਅੰਦਰ ਦੱਸਦੇ ਨੇ ਵੀ ਜੇ ਕੋਈ ਰੱਬੀ ਗੁਣਾਂ ਦੀ ਯਾਦ ਨੂੰ ਛੱਡ ਦੇਵੇ, ਰੱਬ ਤੇ ਚੇਤੇ ਨਹੀਂ, ਪ੍ਰਭੂ ਦਾ ਸਿਸਟਮ ਚੇਤੇ ਨਹੀਂ ਕਿ ਸਭ ਕੁਝ ਹੁਕਮ ਦੇ ਅੰਦਰ ਹੋ ਰਿਹਾ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਰੱਬੀ ਜਿਹੜੇ ਗੁਣ ਨੇ ਉਹਨਾਂ ਨੂੰ ਛੱਡ ਦਿੱਤਾ ਹੈ, ਸੱਚ ਨੂੰ, ਸੰਤੋਖ ਨੂੰ, ਦਇਆ ਨੂੰ, ਨਿਰਭੈਤਾ ਨੂੰ, ਨਿਰਵੈਰਤਾ ਨੂੰ। ਰਾਤ ਜਗਾਵਨ ਜਾਏ ਦਾ ਮਤਲਬ ਮਸਾਨ ਜਗਾਉਣ ਵਾਸਤੇ ਕੋਈ ਔਰਤ ਜਾਂਦੀ ਹੈ ਜਾਂ ਬੰਦਾ ਜਾਂਦਾ ਹੈ। ਸ਼ਮਸ਼ਾਨ ਭੂਮੀ ਵਿੱਚ ਜਾ ਕੇ ਮੰਤਰਾਂ ਦੇ ਜ਼ੋਰ ਦੇ ਨਾਲ ਮੁਰਦਿਆਂ ਨੂੰ ਜਗਾਉਣਾ। ਮਸਾਨ ਜਗਾਉਣ ਦਾ ਮਤਲਬ, ਕਈ ਲੋਕ ਇਹ ਗੱਲ ਕਹਿੰਦੇ ਨੇ ਕਿ ਫਲਾਂ ਬੰਦੇ ਨੇ ਮੜੀਆਂ ਦੇ ਵਿੱਚ ਬਹਿ ਕੇ ਭਗਤੀ ਕੀਤੀ ਹੈ, ਜੰਤਰ ਮੰਤਰ ਪੜ੍ਹੇ ਨੇ ਤੇ ਉਹਨੇ ਮਸਾਨ ਜਾਂ ਭੂਤ ਪ੍ਰੇਤ ਵਸ ਵਿੱਚ ਕੀਤੇ ਹੋਏ ਨੇ। ਐਵੇਂ ਲੋਕ ਕਹਿੰਦੇ ਨੇ, ਇਹ ਸੱਚਾਈ ਨਹੀਂ ਹੈ। ਇਹਦੇ ਬਾਰੇ ਤੇ ਅਸੀਂ ਸਮਝਦੇ ਹਾਂ ਕਿ ਭੂਤ ਪ੍ਰੇਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਲੇਕਿਨ ਲੋਕਾਂ ਦੀਆਂ ਧਾਰਨਾਵਾਂ ਜਿਹੜੀਆਂ ਨੇ ਔਰ ਉਹ ਸਮਝਦੇ ਨੇ, ਫਿਰ ਉਹ ਜਿਹੜੀਆਂ ਪ੍ਰੇਤ ਆਤਮਾਵਾਂ ਨੇ ਉਹਨਾਂ ਤੋਂ ਉਹ ਕੰਮ ਲੈ ਸਕਦੇ ਨੇ। ਖਾਸ ਕਰਕੇ ਅੱਜ ਵੀ ਇੰਡੀਆ ਦੇ ਅੰਦਰ ਇਹ ਵਹਿਮ ਪ੍ਰਚਲਿਤ ਹੈ। ਜਦੋਂ ਅਸੀਂ ਬੱਚੇ ਸਾਂ ਉਦੋਂ ਤਾਂ ਇਹ ਵਹਿਮ ਬਹੁਤ ਜ਼ਿਆਦਾ ਪ੍ਰਚਲਿਤ ਸੀ, ਪਰ ਅੱਜ ਵੀ ਹੈ ਕਿ ਕੋਈ ਜਵਾਨ ਬੱਚਾ ਗੁਜ਼ਰ ਜਾਏ ਨਾ, ਨੌਜਵਾਨ ਬੱਚੀ ਜਾਂ ਬੱਚਾ ਕੋਈ, ਤੇ ਲੋਕ ਇਹ ਸੋਚਦੇ ਨੇ ਵੀ ਉੱਥੇ ਜਾ ਕੇ ਜੇ ਕੋਈ ਉਹਦੀ ਕਬਰ ਦੇ ਉੱਤੇ ਰੋਟੀ ਪਕਾ ਕੇ ਖਾ ਲਵੇ ਤਾਂ ਉਹ ਉਹਦੇ ਵੱਸ ਵਿੱਚ ਹੋ ਜਾਂਦਾ ਹੈ, ਜਾਂ ਉੱਥੇ ਮੰਤਰ ਪੜ੍ਹੇ ਤੇ ਵੱਸ ਵਿੱਚ ਹੋ ਜਾਂਦਾ ਹੈ। ਇਸ ਲਈ ਲੋਕ ਕੀ ਕਰਦੇ ਨੇ, ਵਹਿਮ ਦੇ ਅਧੀਨ, ਕਿ ਜਦੋਂ ਉਹ ਮੁਰਦੇ ਦਾ ਅੰਤਮ ਸੰਸਕਾਰ ਕਰਦੇ ਨੇ ਨਾ, ਤੇ ਰਾਤ ਹੋਣ ਤੋਂ ਪਹਿਲਾਂ ਹੀ ਸ਼ਾਮ ਜੇ ਦੇ ਨਾਲ ਥੋੜੀ ਜਿਹੀ ਕੱਚੀ ਲੱਸੀ ਪਾ ਦਿੰਦੇ ਨੇ ਉੱਤੇ ਜਾ ਕੇ, ਤੇ ਨਾਲ ਕੋਈ ਛੋਟੀ ਮੋਟੀ ਹੱਡੀ ਕੱਢ ਕੇ ਪਾਸੇ ਕਰ ਆਉਂਦੇ ਨੇ ਕਿ ਹੁਣ ਇਹ ਪੂਰਾ ਨਹੀਂ ਰਿਹਾ, ਹੁਣ ਇੱਥੇ ਮਸਾਨ ਨਹੀਂ ਪੱਕੇਗਾ। ਇਹੋ ਜਿਹੇ ਵਹਿਮ ਅੱਜ ਵੀ ਵੇਖਣ ਨੂੰ ਮਿਲਦੇ ਨੇ। ਇਹ ਸਾਰੇ ਅੰਧ ਵਿਸ਼ਵਾਸ ਨੇ, ਇਹਨਾਂ ਦੇ ਵਿੱਚ ਕੋਈ ਸੱਚਾਈ ਔਰ ਅਸਲੀਅਤ ਨਹੀਂ ਹੈ। ਕੋਈ ਭੂਤ ਪ੍ਰੇਤ ਕਿਸੇ ਦੇ ਵੱਸ ਵਿੱਚ ਨਹੀਂ ਹੁੰਦਾ ਕਿ ਭੂਤ ਪ੍ਰੇਤਾਂ ਨੂੰ ਵੱਸ ਵਿੱਚ ਕਰਕੇ ਤੇ ਉਹ ਕਿਸੇ ਦਾ ਨੁਕਸਾਨ ਕਰਾ ਲਵੇ ਜਾਂ ਲਾਭ ਕਰਾ ਦੇਵੇ। ਐਸਾ ਇੱਕ ਅੰਧ ਵਿਸ਼ਵਾਸ ਹੈ, ਪਰ ਇਹ ਲੋਕਾਂ ਦੇ ਅੰਦਰ ਕੰਮ ਕਰਦਾ ਸੀ। ਔਰ ਅੱਜ ਇਸ ਪੜ੍ਹੇ ਲਿਖੇ ਯੁੱਗ ਦੇ ਅੰਦਰ ਵੀ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਕਰਦੇ ਨੇ, ਜਿਵੇਂ ਕਿ ਕਾਲਾ ਇਲਮ, ਬੰਗਾਲੀ ਜਾਦੂ, ਜਾਂ ਹੋਰ ਆ ਬਾਬੇ ਵਡਭਾਗ ਸਿੰਘ ਦੇ ਡੇਰੇ ਤੇ ਦੇਖੋ ਕਿੰਨੀਆਂ ਬੀਬੀਆਂ ਭੈਣਾਂ ਤੇ ਬੰਦੇ ਸਿਰ ਮਾਰਦੇ ਹੁੰਦੇ ਨੇ, ਤੇ ਕਿਹਾ ਜਾਂਦਾ ਹੈ ਕਿ ਉੱਥੇ ਧੌਲੀ ਧਾਰ ਦੇ ਥੱਲੇ ਜੇ ਸਿਰ ਕਰੇ ਤੇ ਬੰਦੇ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ, ਜਾਂ ਕੁਛ ਐਸਾ ਭੂਤ ਪ੍ਰੇਤ ਵਗੈਰਾ ਵਗੈਰਾ। ਇਹ ਸਿਰਫ ਅੰਧ ਵਿਸ਼ਵਾਸ ਨੇ, ਹੋਰ ਕੁਛ ਨਹੀਂ ਹੈ।
ਤਾਂ ਕਬੀਰ ਜੀ ਕਹਿ ਰਹੇ ਨੇ ਕਿ ਜੋ ਇਸਤਰੀ ਪੁਰਸ਼ ਪ੍ਰਭੂ ਦੇ ਗੁਣਾਂ ਨੂੰ ਛੱਡ ਕੇ, ਰੱਬੀ ਰਜ਼ਾ ਨੂੰ ਛੱਡ ਕੇ ਸ਼ਮਸ਼ਾਨ ਭੂਮੀਆਂ ਵਿੱਚ ਦੀਵੇ ਜਗਾਉਣ ਜਾਂਦਾ ਹੈ ਜਾਂ ਜਾਂਦੀ ਹੈ, ਮੁਰਦਿਆਂ ਨੂੰ, ਮਸਾਣਾਂ ਨੂੰ ਵਸ ਵਿੱਚ ਕਰਨ ਦੀ ਜੋ ਗੱਲ ਕਰਦੇ ਨੇ, ਉਹਨਾਂ ਨੂੰ ਮਿਲਦਾ ਤਾਂ ਕੁਛ ਨਹੀਂ, ਪਰ ਫਲ ਕੀ ਮਿਲਦਾ ਹੈ? ਸਰਪਨ ਹੋਇ ਕੈ ਔਤਰੈ, ਜਾਏ ਆਪਣੇ ਖਾਏ। ਮੰਦੇ ਕੰਮਾਂ ਤੋਂ ਸੁਖ ਨਹੀਂ ਨਾ ਮਿਲਦਾ। ਤਾਂ ਗੁਰੂ ਜੀ ਕਹਿੰਦੇ ਨੇ ਇਹੋ ਜੀ ਜੋ ਤ੍ਰੀਮਤ ਹੈ, ਜਾਂ ਕੋਈ ਬੰਦਾ ਹੈ ਜਾਂ ਔਰਤ ਕੋਈ ਵੀ ਹੈ, ਉਹ ਸੱਪ ਬਣਦਾ ਹੈ। ਇਹ ਨਹੀਂ ਕਿ ਮਰਨ ਤੋਂ ਬਾਅਦ, ਐਸੇ ਜ਼ਿੰਦਗੀ ਵਿੱਚ ਹੀ ਉਹਦੀ ਜਿਹੜੀ ਬਿਰਤੀ ਹੈ ਉਹ ਸੱਪਾਂ ਵਾਲੀ ਹੋ ਜਾਂਦੀ ਹੈ, ਜਾਏ ਆਪਣੇ ਖਾਏ, ਤੇ ਆਪਣਿਆਂ ਨੂੰ ਹੀ ਉਹ ਖਾ ਜਾਂਦੀ ਹੈ। ਇਹ ਚੀਜ਼ ਸਮਝ ਲੈਣਾ। ਆਮ ਕਰਕੇ ਇਹ ਧਾਰਨਾ ਵੀ ਹੈ ਔਰ ਸੱਚਾਈ ਵੀ ਹੈ ਕਿ ਸੱਪਣੀ ਜਿਹੜੀ ਹੈ ਉਹ ਆਪਣੇ ਅੰਡਿਆਂ ਤੇ ਬਹਿੰਦੀ ਹੈ, ਤੇ ਸੱਪਣੀ ਜਿਹੜੀ ਹੈ ਜਦੋਂ ਭੁੱਖੀ ਹੁੰਦੀ ਹੈ ਤੇ ਬੱਚੇ ਨਿਕਲਦੇ ਨੇ ਤੇ ਆਪਣੇ ਬੱਚਿਆਂ ਨੂੰ ਹੀ ਖਾ ਜਾਂਦੀ ਹੈ। ਤੁਸੀਂ ਵੇਖਿਆ ਵੀ ਹੋਵੇਗਾ ਡਿਸਕਵਰੀ ਚੈਨਲ ਤੇ, ਦੋ ਸੱਪ ਲੜ ਰਹੇ ਨੇ ਤੇ ਲੜਦਿਆਂ ਲੜਦਿਆਂ ਇੱਕ ਸੱਪ ਦੂਜੇ ਸੱਪ ਨੂੰ ਮੂੰਹ ਦੇ ਵਿੱਚ ਪਾ ਲੈਂਦਾ ਤੇ ਪੂਰੇ ਦੇ ਪੂਰੇ ਸੱਪ ਨੂੰ ਹੀ ਨਿਗਲ ਜਾਂਦਾ ਹੈ। ਸੱਪ ਨੂੰ ਖਾ ਜਾਂਦਾ। ਹੁਣ ਇੱਥੇ ਆਪਣਿਆਂ ਨੂੰ ਖਾਣ ਦਾ ਮਤਲਬ ਕੀ ਹੈ? ਇਹ ਨਹੀਂ ਕਿ ਕੋਈ ਬੰਦੇ ਵੱਢ ਕੇ ਖਾ ਜਾਂਦਾ ਹੈ ਜਾਂ ਖਾ ਜਾਂਦੀ ਹੈ। ਇੱਕ ਤਾਂ ਉਹ ਆਪਣੇ ਆਤਮਿਕ ਜੀਵਨ ਨੂੰ ਖਾ ਜਾਂਦੀ ਹੈ ਜਾਂ ਖਾ ਜਾਂਦਾ ਹੈ। ਜਿਹੜਾ ਬੰਦਾ ਪ੍ਰਭੂ ਦੇ ਗੁਣਾਂ ਦੀ ਯਾਦ ਨੂੰ ਛੱਡ ਕੇ ਮੜੀਆਂ ਕਬਰਾਂ ਤੇ ਦੀਵੇ ਜਗਾਉਂਦਾ ਫਿਰੇਗਾ, ਉਹਦੀ ਬਿਰਤੀ ਸੱਪ ਵਾਲੀ ਹੈ। ਉਹ ਸੱਪ ਵਾਲੀ ਬਿਰਤੀ ਦੇ ਅੰਦਰ ਸਾਰੀ ਜ਼ਿੰਦਗੀ ਵਿਚਰੇਗਾ। ਆਪਣੇ ਖਾਏ ਦਾ ਮਤਲਬ ਉਹ ਆਪਣੇ ਆਤਮਿਕ ਜੀਵਨ ਨੂੰ ਖਾ ਜਾਏਗਾ, ਆਪਣੇ ਆਤਮਿਕ ਜੀਵਨ ਨੂੰ ਬਰਬਾਦ ਕਰ ਲਵੇਗਾ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਜਿਹਦੀ ਬਿਰਤੀ ਸੱਪ ਵਾਲੀ ਹੈ ਨਾ, ਉਹ ਆਪਣੇ ਰਿਸ਼ਤਿਆਂ ਨਾਤਿਆਂ ਨੂੰ ਵੀ ਖਾ ਜਾਏਗਾ। ਉਹਦੇ ਅੰਦਰ ਐਸੀ ਬਿਰਤੀ ਪੈਦਾ ਹੋ ਜਾਂਦੀ ਹੈ ਕਿ ਉਹ ਬੰਦਾ ਲਾਲਚ ਕਰਕੇ ਬੇਗਾਨਾ ਹੱਕ ਵੀ ਖਾਏਗਾ, ਚਾਹੇ ਉਹ ਆਪਣੇ ਦਾ ਹੋਵੇ ਚਾਹੇ ਉਹ ਬੇਗਾਨੇ ਦਾ ਹੋਵੇ। ਔਰ ਜਿਹੜੇ ਉਹਦੇ ਰਿਸ਼ਤੇ ਨਾਤੇ ਨੇ ਉਹਨਾਂ ਨੂੰ ਵੀ ਉਹ ਖਾ ਜਾਏਗਾ ਦਾ ਮਤਲਬ ਖਤਮ ਕਰ ਦੇਵੇਗਾ। ਕਈ ਵਾਰ ਲੋਕ ਆਪਣੇ ਰਿਸ਼ਤਿਆਂ ਨਾਤਿਆਂ ਤੋਂ ਕਿੰਨੀ ਦੂਰ ਚਲੇ ਜਾਂਦੇ ਨੇ। ਔਰ ਪਿੰਡਾਂ ਦੇ ਅੰਦਰ ਇਹ ਵਹਿਮ ਅੱਜ ਵੀ ਵੇਖਿਆ ਜਾਂਦਾ ਹੈ, ਪਹਿਲਾਂ ਤਾਂ ਬਹੁਤ ਜ਼ਿਆਦਾ ਪ੍ਰਚਲਿਤ ਸੀ ਕਿ ਜਿਸ ਔਰਤ ਦੇ ਘਰ ਵਿੱਚ ਬੱਚਾ ਨਹੀਂ, ਉਹ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਜੇ ਨਹਾਏ ਤਾਂ ਉੱਥੇ ਜਿਹੜਾ ਹੈ ਉਹਦੇ ਵੱਲ ਬੱਚਾ ਵਗੈਰਾ ਹੋ ਸਕਦਾ ਹੈ। ਇਹੋ ਜਿਹੀ ਧਾਰਨਾਵਾਂ ਪ੍ਰਚਲਿਤ ਸਨ, ਲੇਕਿਨ ਇਹ ਸਾਰੇ ਦੇ ਸਾਰੇ ਅੰਧ ਵਿਸ਼ਵਾਸ ਨੇ। ਔਰ ਜਦੋਂ ਇਹ ਪ੍ਰਚਲਿਤ ਕਰ ਦਿੱਤਾ ਜਾਂਦਾ ਨਾ ਕਿ ਤੁਸੀਂ ਇਹ ਟੂਣਾ ਕਰਕੇ ਕਿਸੇ ਦੇ ਘਰ ਵਿੱਚ ਪਾਓਗੇ ਤੇ ਤੁਹਾਡੇ ਘਰ ਬੱਚਾ ਹੋਏਗਾ, ਪਿੰਡਾਂ ਦੇ ਅੰਦਰ ਵੇਖਿਆ ਹੈ ਉਹ ਫਿਰ ਆਪਣੇ ਬੇਗਾਨੇ ਦੀ ਪਰਵਾਹ ਨਹੀਂ ਨਾ ਕਰਦੀਆਂ। ਬਹੁਤ ਸਾਰੀਆਂ ਔਰਤਾਂ ਟੂਣੇ ਕਰ ਜਾਂਦੀਆਂ। ਇਸੇ ਨੂੰ ਕਹਿੰਦੇ ਨੇ ਆਪਣਿਆਂ ਨੂੰ ਖਾ ਜਾਣਾ, ਆਪਣੇ ਰਿਸ਼ਤਿਆਂ ਨਾਤਿਆਂ ਨੂੰ ਖਤਮ ਕਰ ਲੈਣਾ, ਆਪਣੇ ਸਵਾਰਥ ਕਰਕੇ ਦੂਜਿਆਂ ਦੇ ਸੁੱਖਾਂ ਨੂੰ ਵੀ ਖਾ ਜਾਣਾ ਔਰ ਆਤਮਿਕ ਮੌਤ ਤੇ ਮਰ ਜਾਣਾ। ਤਾਂ ਭਗਤ ਕਬੀਰ ਜੀ ਸਾਨੂੰ ਇੱਥੇ ਸਿੱਖਿਆ ਦੇ ਰਹੇ ਨੇ ਕਿ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ। ਜੋ ਰੱਬੀ ਗੁਣਾਂ ਦੇ ਨਾਲੋਂ ਟੁੱਟ ਕੇ ਦੀਵੇ ਵਗੈਰਾ ਜਗਾਉਂਦੇ ਨੇ ਜਾਂ ਐਸੇ ਮੰਤਰਾਂ ਜੰਤਰਾਂ ਵਾਲੇ ਭਰਮ ਵਾਲੇ ਕਰਮ ਕਰਦੇ ਨੇ, ਆਖਿਰ ਉਹ ਸੱਪ ਵਰਗੇ ਨੇ। ਸੱਪ ਵਰਗੀ ਉਹ ਜ਼ਿੰਦਗੀ ਜੀਂਦੇ ਨੇ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜ਼ਾਰੀ। ਤੇ ਉਹ ਲੋਕ ਆਪਣੇ ਆਤਮਿਕ ਜੀਵਨ ਨੂੰ ਬਰਬਾਦ ਕਰ ਦਿੰਦੇ ਨੇ। ਅਗਲਾ ਸ਼ਲੋਕ ਹੈ, ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ, ਗਦਹੀ ਹੋਇ ਕੈ ਔਤਰੈ ਭਾਰਸ ਹੈ ਮਨ ਚਾਰ। ਹੁਣ ਇਹ ਜਿਹੜਾ ਸ਼ਲੋਕ ਹੈ, ਭਗਤ ਕਬੀਰ ਜੀ ਇਸ ਪਾਵਨ ਸ਼ਬਦ ਦੇ ਅੰਦਰ ਵੀ ਸਾਨੂੰ ਇਹੀ ਚੀਜ਼ ਸਮਝਾ ਰਹੇ ਨੇ। ਹਰ ਕਾ ਸਿਮਰਨ ਦਾ ਮਤਲਬ ਰੱਬੀ ਯਾਦ, ਰੱਬੀ ਗੁਣਾਂ ਦੀ ਯਾਦ। ਅਹੋਈ ਰਾਖੈ ਨਾਰ, ਨਾਰ ਦਾ ਮਤਲਬ ਔਰਤ, ਤੇ ਅਹੋਈ ਇੱਕ ਵਰਤ ਹੈ। ਅਹੋਈ ਇੱਕ ਵਰਤ ਹੈ, ਇਹਨੂੰ ਧਿਆਨ ਦੇ ਨਾਲ ਸਰਵਣ ਕਰ ਲਓ। ਮਹਾਨ ਕੋਸ਼ ਦੇ ਅੰਦਰ ਅਹੋਈ ਬਾਰੇ ਜੋ ਭਾਈ ਕਾਨ ਸਿੰਘ ਨਾਭਾ ਜੀ ਲਿਖ ਰਹੇ ਨੇ, ਉਹ ਮੈਂ ਆਪ ਨੂੰ ਸੇਮ ਵਰਡਿੰਗ ਦੇ ਅੰਦਰ ਪੜ੍ਹ ਕੇ ਸੁਣਾ ਰਿਹਾ। ਅਹੋਈ ਸ਼ਬਦ ਥੱਲੇ ਲਿਖਿਆ ਹੈ ਸੰਗਿਆ, ਯਾਨੀ ਨਾਉਨ ਹੈ। ਅਹੋਈ ਦਾ ਮਤਲਬ ਸਾਂਝੀ ਦੇਵੀ। ਇਹ ਵੰਸ਼ ਵਿੱਚ ਹੋਣ ਵਾਲੀ ਇੱਕ ਦੇਵੀ। ਇਹ ਕੁਆਰੀ ਕੰਨਿਆਂ ਦੀ ਪੂਜੇ ਦੇਵੀ ਹੈ। ਅੱਸੂ ਦੇ ਨਰਾਤਿਆਂ ਵਿੱਚ
ਕੁਆਰੀਆਂ ਲੜਕੀਆਂ ਇਸ ਦੇਵੀ ਦੀ ਮਿੱਟੀ ਦੀ ਮੂਰਤ ਬਣਾ ਕੇ ਕੰਧ ਦੇ ਉੱਤੇ ਲਾਉਂਦੀਆਂ ਨੇ। ਅਸ਼ਟਮੀ ਦਾ ਵਰਤ ਰੱਖ ਕੇ ਧੂਪ ਦੀਪ ਦੇ ਨਾਲ ਮੂਰਤੀ ਦਾ ਪੂਜਨ ਕਰਦੀਆਂ ਨੇ ਤੇ ਕੱਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲ ਪ੍ਰਵਾਹ ਕਰ ਦਿੰਦੀਆਂ ਨੇ। ਮਥੁਰਾ ਦੇ ਜ਼ਿਲ੍ਹੇ ਰਾਧਾ ਕੁੰਡ ਇੱਥੇ ਕੱਤਕਵਦੀ 8 ਨੂੰ ਅਹੋਈ ਦਾ ਵੱਡਾ ਭਾਰੀ ਮੇਲਾ ਲੱਗਦਾ ਹੈ। ਇਹ ਭਾਈ ਕਾਨ ਸਿੰਘ ਜੀ ਨਾਭਾ ਅਹੋਈ ਬਾਰੇ ਲਿਖ ਰਹੇ ਨੇ। ਹੁਣ ਕਬੀਰ ਜੀ ਕਹਿੰਦੇ ਨੇ ਕਿ ਜੋ ਇਸਤਰੀ ਜਾਂ ਪੁਰਸ਼ ਰੱਬ ਦੀ ਯਾਦ ਨੂੰ ਛੱਡ ਕੇ ਇਹੋ ਜਿਹੇ ਵਰਤ ਰੱਖਦਾ ਹੈ ਜਾਂ ਰੱਖਦੀ ਹੈ ਤੇ ਉਹਨੂੰ ਮਿਲਦਾ ਕੀ ਹੈ? ਗਧੀ ਹੋਇ ਕੇ ਔਤਰੈ ਭਾਰ ਸਹਿ ਮਨਚਾਰ। ਗਧੀ ਦਾ ਮਤਲਬ ਹੈ ਖੋਤੀ। ਉਹ ਖੋਤੀ ਬਣਦੀ ਹੈ ਤੇ ਖੋਤੀ ਦੀ ਤਰ੍ਹਾਂ 4 ਮਨ ਭਾਰ ਸਹਿੰਦੀ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਖੋਤੀ ਜਾਂ ਖੋਤੇ ਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ ਉਹ ਖੋਤਾ ਬਣ ਜਾਏਗਾ। ਐਸੇ ਜ਼ਿੰਦਗੀ ਦੇ ਅੰਦਰ ਉਹ ਖੋਤਿਆਂ ਦੀ ਤਰ੍ਹਾਂ ਵਿਕਾਰਾਂ ਦਾ, ਅੰਧ ਵਿਸ਼ਵਾਸਾਂ ਦਾ ਭਾਰ ਚੁੱਕੀ ਫਿਰਦਾ ਹੈ ਐਸੇ ਜ਼ਿੰਦਗੀ ਵਿੱਚ ਹੀ। ਤੇ ਦੂਜਾ ਕਬੀਰ ਜੀ ਇੱਕ ਵਿਅੰਗ ਵੀ ਕਰ ਰਹੇ ਨੇ। ਉਹ ਕਹਿੰਦੇ ਨੇ ਵੀ ਜਿਸ ਚੀਜ਼ ਦੇ ਨਾਲ ਤੁਸੀਂ ਪਿਆਰ ਕਰੋਗੇ ਨਾ, ਉਹ ਜੇ ਜ਼ਿਆਦਾ ਤੋਂ ਜ਼ਿਆਦਾ ਕਰੇਗਾ ਵੀ ਆਪਣੇ ਨਾਲ ਰੱਖਣ ਵਾਸਤੇ ਕਿ ਤੁਸੀਂ ਬਹੁਤ ਪਿਆਰ ਕਰਦੇ ਹੋ ਕਿਸੇ ਦੇ ਨਾਲ, ਤੇ ਉਹ ਕਹੇ ਵੀ ਤੇਰੇ ਨਾਲ ਮੇਰਾ ਪਿਆਰ ਹੈ ਤੇ ਅਸੀਂ ਸਾਰੀ ਜ਼ਿੰਦਗੀ ਇਕੱਠੇ ਹੀ ਗੁਜ਼ਾਰਾਂਗੇ, ਮਕਾਨ ਇਕੱਠੇ ਖਰੀਦ ਲਈਏ, ਵਪਾਰ ਇਕੱਠਾ ਕਰ ਲਈਏ, ਜਾਂ ਕਈ ਵਾਰ ਜਿਹੜੇ ਯਾਰ ਦੋਸਤ ਹੁੰਦੇ ਨੇ ਉਹ ਆਪਣਾ ਯਾਰੀ ਦੋਸਤੀ ਨੂੰ ਰਿਸ਼ਤਿਆਂ ਵਿੱਚ ਬਦਲ ਲੈਂਦੇ ਨੇ, ਬੱਚਿਆਂ ਦੇ ਰਿਸ਼ਤੇ ਕਰਕੇ ਕਿ ਸदैव ਹੀ ਸਾਡਾ ਸੰਗ ਬਣਿਆ ਰਹੇਗਾ। ਤੇ ਕਬੀਰ ਜੀ ਕਹਿੰਦੇ ਨੇ ਵੀ ਜਿਵੇਂ ਨਾ ਦੇਵਤਿਆਂ ਦੀਆਂ ਸਵਾਰੀਆਂ ਨੇ, ਜਿਵੇਂ ਲక్ష్ਮੀ ਦੀ ਜੋ ਸਵਾਰੀ ਹੈ ਉਹ ਹੈ ਉੱਲੂ, ਗਣੇਸ਼ ਦੀ ਸਵਾਰੀ ਹੈ ਚੂਹਾ, ਔਰ ਵਿਸ਼ਨੂੰ ਜੀ ਦੀ ਸਵਾਰੀ ਮੰਨੀ ਗਈ ਹੈ ਗਰੁੜ, ਤੇ ਸ਼ਿਵ ਜੀ ਦੀ ਸਵਾਰੀ ਮੰਨੀ ਗਈ ਹੈ ਬੈਲ। ਇਸੇ ਤਰ੍ਹਾਂ ਜੋ ਅਹੋਈ ਹੈ ਇਹਦੀ ਸਵਾਰੀ ਮੰਨੀ ਗਈ ਹੈ ਖੋਤੀ। ਇਹ ਖੋਤੇ ਦੇ ਉੱਤੇ ਸਵਾਰੀ ਕਰਦੀ ਹੈ। ਤੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਜ਼ਿਆਦਾ ਜੇ ਤੁਹਾਡੇ ਨਾਲ ਅਹੋਈ ਪਿਆਰ ਕਰੇਗੀ ਤੇ ਤੁਹਾਨੂੰ ਆਪਣੀ ਸਵਾਰੀ ਬਣਾ ਲਵੇਗੀ ਕਿ ਚੱਲ ਮੈਂ ਸਦਾ ਤੇਰੇ ਤੇ ਸਵਾਰੀ ਕਰਾਂਗੀ, ਖੋਤੀ ਬਣਾ ਲਵੇਗੀ। ਹੋਰ ਇਸ ਤੋਂ ਜ਼ਿਆਦਾ ਕੀ ਕਰ ਸਕਦੀ ਹੈ? ਇਸ ਲਈ ਇੱਥੇ ਵਿਅੰਗ ਵੀ ਕਰਕੇ ਸਮਝਾਇਆ ਗਿਆ ਹੈ। ਪਰ ਇੱਥੇ ਮਰਨ ਤੋਂ ਬਾਅਦ ਦੀ ਗੱਲ ਨਹੀਂ, ਇਹ ਚੀਜ਼ ਯਾਦ ਰੱਖਣਾ, ਐਸੇ ਜ਼ਿੰਦਗੀ ਦੇ ਅੰਦਰ ਹੀ ਉਹ ਖੋਤਿਆਂ ਵਾਲੀ ਜ਼ਿੰਦਗੀ ਬਤੀਤ ਕਰੇਗੀ ਜਾਂ ਕਰੇਗਾ, ਬੰਦਾ ਜਾਂ ਜਨਾਨੀ ਕੋਈ ਵੀ ਹੈ। ਖੋਤੇ ਉੱਤੇ ਵਜਨ ਲੱਦਿਆ ਹੁੰਦਾ ਨਾ। ਤੇ ਐਵੇਂ ਇਸ ਦੁਨੀਆ ਵਿੱਚ ਕਿੰਨੇ ਲੋਕ ਨੇ ਜੋ ਪਾਪਾਂ ਦਾ, ਵਿਕਾਰਾਂ ਦਾ ਵਜਨ ਆਪਣੇ ਦਿਮਾਗ ਵਿੱਚ ਲੱਦ ਕੇ ਤੁਰੇ ਫਿਰਦੇ ਨੇ। ਕਿੰਨੇ ਲੋਕ ਐਸੇ ਨੇ ਜੋ ਅੰਧ ਵਿਸ਼ਵਾਸਾਂ ਦਾ ਵਜਨ ਆਪਣੇ ਦਿਮਾਗ ਵਿੱਚ ਲੱਦੀ ਫਿਰਦੇ ਨੇ। ਕਿੰਨੇ ਅੰਧ ਵਿਸ਼ਵਾਸ ਨੇ। ਆ ਭੂਤ ਪ੍ਰੇਤਾਂ ਵਾਲਾ ਅੰਧ ਵਿਸ਼ਵਾਸ ਹੀ ਜੋ ਦਿਮਾਗ ਵਿੱਚ ਲੋਕ ਲੱਦੀ ਫਿਰਦੇ ਨੇ। ਮਰਨ ਤੋਂ ਬਾਅਦ ਨਰਕ ਸਵਰਗ ਵਗੈਰਾ, ਜਾਂ ਜਿੰਨੇ ਵੀ ਆ ਜਪ ਤਪ ਸੰਜਮ ਨੇ, ਪੁੱਠੇ ਸਿੱਧੇ ਲਟਕਣਾ, ਧੂਣੀਆਂ ਬਾਲਣੀਆਂ, ਵਰਤਨ ਰਾਤੇ ਸਰਾਧ ਨੇ, ਕਿੰਨੇ ਸਾਰੇ ਅੰਧ ਵਿਸ਼ਵਾਸ ਬੰਦਾ ਲੱਦੀ ਫਿਰਦਾ ਨਾ ਆਪਣੇ ਦਿਮਾਗ ਵਿੱਚ, ਪਾਪਾਂ ਦਾ, ਵਿਕਾਰਾਂ ਦਾ, ਅੰਧ ਵਿਸ਼ਵਾਸਾਂ ਦਾ। ਤੇ ਜਿਵੇਂ ਖੋਤੇ ਨੂੰ ਵਜਨ ਦਾ ਕੋਈ ਲਾਭ ਨਹੀਂ ਹੁੰਦਾ ਨਾ, ਉਸੇ ਤਰ੍ਹਾਂ ਉਹ ਬੰਦਾ ਖੋਤਿਆਂ ਵਾਲੀ ਜ਼ਿੰਦਗੀ ਬਿਤਾਏਗਾ ਤੇ ਆਪਣੇ ਸਿਰ ਦੇ ਉੱਤੇ ਪਾਪਾਂ, ਵਿਕਾਰਾਂ ਔਰ ਅੰਧ ਵਿਸ਼ਵਾਸਾਂ ਦਾ ਭਾਰ ਚੁੱਕ ਕੇ ਫਿਰੇਗਾ, ਜੋ ਅਹੋਈ ਆਦਿਕ ਦੇ ਵਰਤ ਰੱਖੇਗਾ। ਯਾਨੀ ਸ਼ੁਭ ਗੁਣਾਂ ਨੂੰ ਛੱਡ ਕੇ ਜੋ ਐਸੇ ਕਰਮਕਾਂਡ ਦੇ ਵਿੱਚ ਪੈਣਾ ਹੈ, ਇਹ ਸਿਰਫ ਇੱਕ ਦਿਮਾਗੀ ਵਜ਼ਨ ਹੈ ਜੋ ਬੰਦਾ ਚੁੱਕੀ ਫਿਰਦਾ ਹੈ। ਇਹਦੇ ਨਾਲ ਕੋਈ ਆਤਮਿਕ ਲਾਭ ਨਹੀਂ ਹੁੰਦਾ। ਇਹਨਾਂ ਚੀਜ਼ਾਂ ਦੇ ਨਾਲ ਖੁਸ਼ੀਆਂ, ਖੇੜੇ, ਆਨੰਦ, ਪ੍ਰਸੰਨਤਾ, ਇਨਸਾਨੀਅਤ ਪੈਦਾ ਨਹੀਂ ਹੁੰਦੀ। ਇਹਨਾਂ ਚੀਜ਼ਾਂ ਦੇ ਨਾਲ ਦਿਮਾਗ ਦਾ ਵਿਕਾਸ ਨਹੀਂ ਹੁੰਦਾ, ਸਮਾਜ ਦਾ ਵਿਕਾਸ ਨਹੀਂ ਹੁੰਦਾ, ਘਰ ਪਰਿਵਾਰਾਂ ਵਿੱਚ, ਸਮਾਜ ਵਿੱਚ ਸੁੱਖ ਸ਼ਾਂਤੀ ਨਹੀਂ ਆਉਂਦੀ। ਅਸਲ ਦੇ ਅੰਦਰ ਜ਼ਿੰਦਗੀ ਵਿੱਚ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਇਹ ਸ਼ੁਭ ਗੁਣਾਂ ਦੇ ਨਾਲ ਆਏਗਾ। ਤਾਂ ਕਬੀਰ ਜੀ ਪ੍ਰਭੂ ਦੀ ਯਾਦ ਦੀ ਮਹਾਨਤਾ ਦੱਸਦੇ ਹੋਏ ਇਹਨਾਂ ਕਰਮਕਾਂਡਾਂ ਦੀ ਨਿਰਰਥਕਤਾ ਸਾਡੇ ਸਾਹਮਣੇ ਪੇਸ਼ ਕਰ ਰਹੇ। ਕਬੀਰ ਚਤੁਰਾਈ ਅਤ ਘਨੀ, ਹਰ ਜਪ ਹਿਰਦੈ ਮਾਹੇ, ਸੂਰੀ ਉੱਪਰ ਖੇਲਣਾ, ਗਿਰੈ ਤਾਂ ਠਾਹਰ ਨਾ ਹੈ। ਹੁਣ ਕਬੀਰ ਜੀ ਸਮਝਾ ਰਹੇ ਨੇ ਚਤੁਰਾਈ ਦਾ ਮਤਲਬ ਚਤੁਰਾਈਆਂ, ਅਤ ਘਨੀ ਦਾ ਮਤਲਬ ਬਹੁਤ ਜ਼ਿਆਦਾ,
ਹਰ ਜਪ ਦਾ ਮਤਲਬ ਰੱਬ ਨੂੰ ਜਾਣਨਾ, ਹਰ ਦਾ ਮਤਲਬ ਹਰੀ, ਤੇ ਜਪ ਦਾ ਮਤਲਬ ਹੁੰਦਾ ਹੈ ਜਾਣਨਾ। ਜਪ ਦਾ ਮਤਲਬ ਜਾਣਨਾ, ਹਰ ਥਾਂ ਦੇ ਉੱਤੇ ਜਾਣਨਾ ਕਿ ਹਰ ਇੱਕ ਦੇ ਅੰਦਰ ਪ੍ਰਭੂ ਵਸ ਰਿਹਾ ਹੈ, ਸੰਸਾਰ ਦੇ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਜੋ ਦਿਸੈ ਸੋ ਤੇਰਾ ਰੂਪ। ਇਸ ਚੀਜ਼ ਨੂੰ ਜਾਣਨਾ, ਸਮਝਣਾ ਕਿ ਹਰ ਇਨਸਾਨ ਦਿਸਦਾ ਹੋਇਆ ਰੱਬੀ ਰੂਪ ਹੈ, ਹਰ ਇੱਕ ਦੇ ਅੰਦਰ ਰੱਬੀ ਗੁਣ ਮੌਜੂਦ ਨੇ, ਉਹ ਹਰ ਥਾਂ ਤੇ ਵਸ ਰਿਹਾ ਹੈ। ਇਹ ਚੀਜ਼ ਨੂੰ ਜਾਣਨਾ। ਤਾਂ ਕਬੀਰ ਜੀ ਕਹਿੰਦੇ ਨੇ, ਦੁਨੀਆ ਦੇ ਸਹਿਮਾਂ, ਭਰਮਾਂ, ਵਹਿਮਾਂ ਤੋਂ ਬਚਣ ਲਈ ਸਾਰਿਆਂ ਤੋਂ ਵੱਡੀ ਸਿਆਣਪ ਕੀ ਹੈ? ਇੱਥੇ ਚਤੁਰਾਈ ਦਾ ਮਤਲਬ ਹੈ ਸਿਆਣਪ। ਇੱਥੇ ਚਤੁਰਾਈ ਦਾ ਮਤਲਬ ਸਿਆਣਪ। ਸਭ ਤੋਂ ਵੱਡੀ ਸਿਆਣਪ ਕਿਹੜੀ ਹੈ? ਕਿ ਹਰ ਜਪ ਹਿਰਦੈ ਮਾਹੇ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਯਾਦ ਰੱਖੋ। ਹਿਰਦੇ ਦਾ ਮਤਲਬ ਮੈਂਟੈਲਿਟੀ, ਸਾਡੀ ਸੋਚ। ਹਰ ਥਾਂ ਤੇ ਰੱਬ ਨੂੰ ਵੇਖੋ, ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਓ। ਦੁਨੀਆ ਦੀ ਸਭ ਤੋਂ ਵੱਡੀ ਸਿਆਣਪ ਇਹ ਹੈ। ਸੱਚ ਦੇ ਨਾਲ ਜੁੜਨਾ, ਰੱਬੀ ਗੁਣਾਂ ਦੇ ਨਾਲ ਜੁੜਨਾ, ਹਰ ਇਨਸਾਨ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਨਾ। ਜੇ ਪੂਰੀ ਦੁਨੀਆ ਦੇ ਲੋਕ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੋ ਵੀ ਇਸ ਦੁਨੀਆ ਵਿੱਚ ਇਸਤਰੀ ਪੁਰਸ਼ ਨੇ, ਜੇ ਸ਼ੁਭ ਗੁਣਾਂ ਦੇ ਧਾਰਨੀ ਹੋਣ, ਇਮਾਨਦਾਰੀ ਦੇ ਨਾਲ, ਸੱਚ ਦੇ ਨਾਲ ਜੁੜੇ ਹੋਏ ਹੋਣ, ਇੱਕ ਦੂਜੇ ਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰਨ, ਤਾਂ ਸੰਸਾਰ ਕਿੰਨਾ ਸੁਹਾਵਣਾ ਹੋ ਜਾਏਗਾ। ਤਾਂ ਕਬੀਰ ਜੀ ਕਹਿੰਦੇ ਨੇ, ਜੇ ਕੋਈ ਸਿਆਣਪ ਕਰਨੀ ਹੈ ਤਾਂ ਇਹੋ ਜਿਹੀ ਕਰੋ। ਇਹ ਸਭ ਤੋਂ ਵੱਡੀ ਸਿਆਣਪ ਹੈ ਕਿ ਤੁਸੀਂ ਪ੍ਰਭੂ ਨੂੰ ਜਾਣੋ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਓ। ਸੂਰੀ ਉੱਪਰ ਖੇਲਣਾ, ਗਿਰੇ ਤਾਂ ਠਾਹਰ ਨਾ ਹੈ। ਸੂਰੀ ਦਾ ਮਤਲਬ ਇੱਥੇ ਹੈ ਸੂਲੀ, ਸੂਲੀ, ਸੂਲ। ਪਰ ਇਹ ਇੰਜ ਜਿਵੇਂ ਗੁਰਬਾਣੀ ਵਿੱਚ ਆਇਆ ਨਾ, ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ, ਕਿ ਖੰਡੇ ਦੇ ਨਾਲੋਂ ਤਿੱਖੀ ਤੇ ਵਾਲ ਦੇ ਨਾਲੋਂ ਬਰੀਕ ਰਾਸਤਾ ਹੈ। ਇਸੇ ਤਰ੍ਹਾਂ ਸੂਲ ਦੇ ਉੱਤੇ ਖੇਡਣਾ, ਸੂਲ ਦੇ ਉੱਤੇ ਨੱਚਣਾ ਜਾਂ ਖਲੋਣਾ ਕਿੰਨਾ ਔਖਾ ਹੈ ਨਾ। ਪਤਲੀ ਜੀ ਸੂਲ, ਕਿੰਨੇ ਧਿਆਨ ਦੇ ਨਾਲ ਉਹਦੇ ਉੱਤੇ ਖਲੋਣਾ ਪਵੇਗਾ, ਕਿੰਨਾ ਧਿਆਨ ਮੰਗੇਗਾ। ਤੇ ਜੇ ਉਹ ਸੂਲੀ ਤੋਂ ਡਿੱਗ ਪਵੇ ਤੇ ਚਾਰ ਚੁਫੇਰੇ ਅੱਗ ਬਲਦੀ ਹੋਵੇ, ਕੰਡੇ ਹੋਣ, ਟੋਏ ਹੋਣ, ਉਹਦੇ ਵਿੱਚ ਬੰਦਾ ਡਿੱਗ ਗਿਆ ਤੇ ਫਿਰ ਕਿਤੇ ਟਿਕਣ ਵਾਸਤੇ ਥਾਂ ਨਹੀਂ ਮਿਲਣੀ। ਇਸ ਲਈ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਪਰ ਇਹ ਰੱਬੀ ਜਿਹੜੀ ਯਾਦ ਹੈ ਨਾ, ਇਹ ਥੋੜਾ ਧਿਆਨ ਮੰਗਦੀ ਹੈ, ਸੌਖੀ ਕਾਰ ਨਹੀਂ। ਜਿਵੇਂ ਜਾਤ ਅਭਿਮਾਨ, ਨਿੰਦਾ, ਕੁਸੰਗ, ਚਸਕੇ ਤੇ ਆਵਰਤਨ ਰਾਤੇ, ਇਹ ਸਾਰੇ ਭਰਮ ਛੱਡਣੇ ਪੈਂਦੇ ਨੇ। ਪ੍ਰਭੂ ਦੀ ਜਿਹੜੀ ਯਾਦ ਹੈ ਸੂਲੀ ਉੱਤੇ ਚੜ੍ਹਨ ਸਮਾਨ ਹੈ। ਇਹ ਸੂਲੀ ਤੋਂ ਡਿੱਗਿਆ, ਯਾਨੀ ਰੱਬੀ ਗੁਣਾਂ ਦੀ ਯਾਦ ਨੂੰ ਛੱਡਿਆ ਬਣ ਨਹੀਂ ਆਉਂਦੀ, ਕਿਉਂਕਿ ਰੱਬੀ ਯਾਦ ਤੋਂ ਬਿਨਾਂ ਦੁਨੀਆ ਦੇ ਦੁੱਖ, ਕਲੇਸ਼ ਔਰ ਸਹਿਮਾਂ ਤੋਂ ਦੇ ਵਿੱਚ ਡਿੱਗ ਪਈਦਾ, ਹੋਰ ਕੋਈ ਆਸਰਾ ਨਹੀਂ ਹੈ। ਇਸ ਲਈ ਰੱਬੀ ਗੁਣਾਂ ਦੇ ਨਾਲ ਜੁੜ ਕੇ ਰਹਿਣਾ ਹੈ, ਔਰ ਇਹ ਗੁਣ ਧਿਆਨ ਮੰਗਦੇ ਨੇ, ਹਰ ਵਕਤ ਧਿਆਨ ਮੰਗਦੇ ਨੇ। ਥੋੜੀ ਜਿਹੀ ਬੇਧਿਆਨੀ ਹੋਈ ਤਾਂ ਸਾਡੀ ਸੁਰਤ ਜਿਹੜੀ ਹੈ ਨਾ, ਗੁਣਾਂ ਤੋਂ ਟੁੱਟ ਜਾਏਗੀ। ਜਿਵੇਂ ਅਸੀਂ ਆਮ ਦੇਖਦੇ ਹਾਂ ਕਿ ਅਸੀਂ ਗੱਲਾਂ ਤਾਂ ਕਰਦੇ ਹੁੰਦੇ ਹਾਂ ਗੁਰਬਾਣੀ ਦੀਆਂ, ਸ਼ੁਰੂ ਗੁਰਬਾਣੀ ਤੋਂ ਕਰਦੇ ਹਾਂ, ਧਰਮ ਤੋਂ ਕਰਦੇ ਹਾਂ, ਪਰ ਅਛੁਪਲੇ ਜੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਅਸੀਂ ਕਿਸੇ ਦੀ ਨਿੰਦਿਆ ਕਰਨ ਲੱਗ ਪੈਂਦੇ ਹਾਂ, ਕਦੋਂ ਵਿੱਚ ਝੂਠ ਔਰ ਫਰੇਬ ਆ ਜਾਂਦਾ ਹੈ, ਕਦੋਂ ਲੜਾਈ ਦੰਗਿਆਂ ਦੀਆਂ ਗੱਲਾਂ ਆ ਗਈਆਂ। ਥੋੜਾ ਜਿਹਾ ਧਿਆਨ ਹਟਦਿਆਂ ਹੀ ਅਸੀਂ ਨਿੰਦਿਆ ਚੁਗਲੀ ਵਿੱਚ ਚਲੇ ਗਏ। ਗੱਲ ਸੱਚ ਤੋਂ ਸ਼ੁਰੂ ਕੀਤੀ, ਪਰ ਥੋੜਾ ਜਿਹਾ ਧਿਆਨ ਹਟਿਆ ਤੇ ਅਸੀਂ ਝੂਠ ਬੋਲ ਦੇਵਾਂਗੇ। ਗੱਲ ਦਇਆ ਦੀ ਹੈ, ਮਨ ਵਿੱਚ ਦਇਆ ਭਾਵ ਹੈ, ਪਰ ਥੋੜਾ ਜਿਹਾ ਧਿਆਨ ਹਟਿਆ ਤੇ ਅਸੀਂ ਕਠੋਰਤਾ ਦੇ ਅੰਦਰ ਚਲੇ ਜਾਵਾਂਗੇ ਨਾ। ਮਿੱਠਾ ਬੋਲਦਿਆਂ ਬੋਲਦਿਆਂ ਥੋੜਾ ਜਿਹਾ ਧਿਆਨ ਹਟਿਆ ਤੇ ਅਸੀਂ ਕ੍ਰੋਧ ਦੇ ਨਾਲ ਗਾਲਾਂ ਕੱਢਣ ਲੱਗ ਜਾਵਾਂਗੇ। ਇਸ ਲਈ ਚੀਜ਼ਾਂ ਧਿਆਨ ਮੰਗਦੀਆਂ ਨੇ। ਇਹਨੂੰ ਕਹਿੰਦੇ ਨੇ ਸੂਰੀ ਉੱਪਰ ਖੇਲਣਾ, ਕਿ ਸੂਲੀ ਦੇ ਉੱਤੇ ਖੇਡਣ ਬਰਾਬਰ ਹੈ, ਧਿਆਨ ਮੰਗਦੀ ਹੈ ਇਹ ਚੀਜ਼। ਤੇ ਨਾਲ ਇਹ ਦੱਸਦੇ ਨੇ, ਜੇ ਧਿਆਨ ਨਹੀਂ ਰੱਖੋਗੇ ਤੇ ਇਥੋਂ ਤੁਹਾਡੀ ਸੁਰਤ ਥੱਲੇ ਡਿੱਗ ਜਾਏਗੀ। ਤੇ ਜੇ ਗੁਣਾਂ ਤੋਂ ਡਿੱਗ ਗਏ ਥੱਲੇ, ਵਿਕਾਰਾਂ ਵਿੱਚ ਖਚਤ ਹੋ ਗਏ, ਤੇ ਫਿਰ ਬਚਣ ਵਾਸਤੇ ਕੋਈ ਥਾਂ ਨਹੀਂ ਹੈ। ਇੱਕੋ ਹੀ ਥਾਂ ਹੈ ਰੱਬੀ ਗੁਣਾਂ ਦੇ ਨਾਲ ਜੁੜ ਕੇ ਰਹਿਣਾ।
ਇਹੀ ਇੱਕੋ ਇੱਕ ਸਹਾਰਾ ਹੈ। ਜੇ ਇਸ ਸਹਾਰੇ ਨੂੰ ਛੱਡ ਦਿੱਤਾ ਤਾਂ ਹੋਰ ਕੋਈ ਸਹਾਰਾ ਨਹੀਂ ਹੈ, ਨਾ ਤੇ ਅਹੋਈ ਦੇ ਵਰਤ ਦਾ, ਨਾ ਹੀ ਚਸਕਿਆਂ ਦਾ, ਔਰ ਨਾ ਹੀ ਜੋ ਪਿੱਛੇ ਅਸੀਂ ਵਿਚਾਰ ਆਏ ਹਾਂ, ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ, ਸ਼ਮਸ਼ਾਨ ਭੂਮੀਆਂ ਵਿੱਚ ਜਗਾਣਾ, ਵਰਤ ਰੱਖਣੇ, ਤੀਰਥ ਯਾਤਰਾਵਾਂ, ਇਹ ਕੋਈ ਸਹਾਰਾ ਨਹੀਂ ਹੈ। ਇਹਨਾਂ ਦੇ ਵਿੱਚੋਂ ਕੋਈ ਵੀ ਸਹਾਰਾ ਨਹੀਂ ਬਣੇਗਾ। ਇੱਕੋ ਹੀ ਚੀਜ਼ ਸਹਾਰਾ ਹੈ ਤੇ ਉਹ ਹੈ ਰੱਬੀ ਗੁਣਾਂ ਦੇ ਨਾਲ ਜੁੜਨਾ। ਜੇ ਇਹਨਾਂ ਗੁਣਾਂ ਨਾਲੋਂ ਜੁੜ ਕੇ ਟੁੱਟ ਗਏ ਤਾਂ ਫਿਰ ਹੋਰ ਕੋਈ ਚੀਜ਼ ਤੁਹਾਨੂੰ ਸਹਾਰਾ ਨਹੀਂ ਦੇਵੇਗੀ। ਚਾਹੇ ਤੁਸੀਂ ਵਰਤ ਰੱਖੀ ਜਾਓ, ਚਾਹੇ ਮਸ਼ਾਨਾਂ ਦੇ ਵਿੱਚ ਜੋਤਾਂ ਜਗਾਈ ਜਾਓ, ਚਾਹੇ ਤੀਰਥਾਂ ਤੇ ਨਹਾਈ ਜਾਓ, ਚਾਹੇ ਵਰਤਨ ਰਾਤੇ ਸਰਾਧ ਰੱਖੀ ਜਾਓ, ਸੁੱਖ ਨਹੀਂ ਮਿਲੇਗਾ। ਸਹਾਰਾ ਇੱਕੋ ਹੀ ਹੈ, ਸਭ ਤੋਂ ਵੱਡਾ ਸਹਾਰਾ ਰੱਬੀ ਗੁਣਾਂ ਦਾ। ਕਬੀਰ ਸੂਈ ਮੁਖ ਧਨ ਹੈ, ਜਾਂ ਮੁਖ ਕਹੀਏ ਰਾਮ। ਇੱਥੇ ਸ਼ਬਦ ਸੱਸੇ ਦੇ ਉੱਤੇ ਹੋੜਾ ਵੀ ਹੈ ਔਰ ਸੱਸੇ ਦੇ ਥੱਲੇ ਔਂਕੜ ਵੀ ਹੈ। ਇਹਦੇ ਨਾਲ ਦੋ ਲਗਾਂ ਲੱਗੀਆਂ ਨੇ। ਅਸਲੀ ਲਫ਼ਜ਼ ਹੈ ਸੋਈ, ਹੋੜੇ ਵਾਲਾ, ਪਰ ਇੱਥੇ ਸ਼ਲੋਕ ਦੀ ਚਾਲ ਪੂਰੀ ਕਰਨ ਲਈ ਇਹਨੂੰ ਸੂਈ ਪੜਨਾ ਹੈ, ਔਂਕੜ ਵਾਲਾ। ਦੋ ਮਾਤਰਾ ਹੁੰਦੀਆਂ ਨੇ, ਉੱਥੇ ਇੱਕ ਮਾਤਰਾ ਘਟਾ ਕੇ ਇਹਨੂੰ ਪੜਨਾ ਹੁੰਦਾ ਹੈ ਜਾਂ ਵਧਾ ਕੇ ਪੜਨਾ ਹੁੰਦਾ ਹੈ। ਜਿਹੜੀ ਮਾਤਰਾ, ਜਿਹੜੀ ਲਗ ਕਾਵ ਤੋਲ ਨੂੰ ਪੂਰਿਆਂ ਕਰਨ ਲਈ ਲਗਾਈ ਜਾਂਦੀ, ਚਾਲ ਨੂੰ ਪੂਰਿਆਂ ਕਰਨ ਲਈ, ਉਹ ਮਾਤਰਾ ਪੜਨੀ ਹੁੰਦੀ। ਤਾਂ ਇੱਥੇ ਅਸੀਂ ਇਹਨੂੰ ਸੋਈ ਨਹੀਂ ਪੜਾਂਗੇ, ਇਹਨੂੰ ਪੜਾਂਗੇ ਸੂਈ। ਅਰਥ ਹੋਏਗਾ ਸੋਈ ਉਹ। ਕਬੀਰ ਸੂਈ ਮੁਖ ਧਨ ਹੈ, ਜਾਂ ਮੁਖ ਕਹੀਏ ਰਾਮ। ਇੱਥੇ ਦੇਖੋ ਮੁਖ ਦੇ ਖੱਖੇ ਨਾਲ ਔਂਕੜ ਲੱਗਾ ਹੋਇਆ ਹੈ, ਤਾਂ ਇਹ ਮੁਖ ਹੈਗਾ ਮੇਲ ਜੈਂਡਰ, ਪੁਲਿੰਗ ਸ਼ਬਦ, ਸਿੰਗੂਲਰ। ਅੱਗੇ ਮੁਖ ਦੇ ਖੱਖੇ ਨਾਲ ਸਿਹਾਰੀ ਆ ਗਈ ਹੈ, ਉਹਦਾ ਮਤਲਬ ਹੈ ਮੁਖ ਦੇ ਜ਼ਰੀਏ, ਮੁਖ ਦੇ ਜ਼ਰੀਏ, ਮੁਖ ਰਾਹੀਂ। ਅਰਥ ਬਦਲ ਗਿਆ ਨਾ ਔਂਕੜ ਦੇ ਨਾਲ ਔਰ ਸਿਹਾਰੀ ਦੇ ਨਾਲ। ਇਸ ਲਈ ਪਾਵਨ ਬਾਣੀ ਪੜਨ ਲੱਗਿਆਂ ਇਹ ਜੋ ਸਿਹਾਰੀਆਂ ਔਰ ਔਂਕੜ ਨੇ, ਇਹਨਾਂ ਦਾ ਖਾਸ ਖਿਆਲ ਰੱਖਣਾ ਔਰ ਇਹਨਾਂ ਦਾ ਅਰਥਾਂ ਦੇ ਨਾਲ ਸੰਬੰਧ ਹੈ। ਕਿਵ ਸਚਿਆਰਾ ਗਰੁੱਪ ਦੇ ਅੰਦਰ ਮੈਂ ਇਹ ਚੀਜ਼ਾਂ ਪਾ ਰਿਹਾ ਹਾਂ, ਤੇ ਉਹਨਾਂ ਨੂੰ ਜਦੋਂ ਧਿਆਨ ਨਾਲ ਪੜੋਗੇ ਤੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਨਵਾਂ ਮਿਲੇਗਾ। ਤਾਂ ਕਬੀਰ ਜੀ ਕਹਿੰਦੇ ਨੇ ਉਹ ਮੁਖ ਭਾਗਾਂ ਵਾਲਾ ਹੈ ਜਿਸ ਮੁਖ ਰਾਹੀਂ ਰਾਮ ਕਿਹਾ ਜਾਂਦਾ ਹੈ। ਰਾਮ ਦਾ ਮਤਲਬ ਰਮਿਆ ਹੋਇਆ ਰੱਬੀ ਗੁਣਾਂ ਨੂੰ ਗਾਇਆ ਜਾਂਦਾ ਹੈ। ਉਹ ਮੁਖ ਭਾਗਾਂ ਵਾਲਾ ਹੈ ਜਿਸ ਮੁਖ ਰਾਹੀਂ ਰੱਬੀ ਗੁਣਾਂ ਦਾ ਉਚਾਰਨ ਕੀਤਾ ਜਾਂਦਾ ਹੈ। ਯਾਨੀ ਅਸੀਂ ਇੰਜ ਕਹਿ ਸਕਦੇ ਹਾਂ, ਉਹ ਬੰਦਾ ਧੰਨ ਹੈ ਜੋ ਆਪਣੀ ਜ਼ਬਾਨ ਦੇ ਨਾਲ ਰੱਬੀ ਗੁਣਾਂ ਦਾ ਉਚਾਰਨ ਕਰਦਾ ਹੈ, ਮਿੱਠੇ ਬੋਲ ਬੋਲਦਾ ਹੈ, ਪਿਆਰੇ ਬੋਲ ਬੋਲਦਾ ਹੈ, ਗੁਣਾਂ ਵਾਲੇ ਬੋਲ ਬੋਲਦਾ ਹੈ। ਉਹ ਬੰਦਾ ਧੰਨ ਹੈ, ਉਹ ਮੁਖ ਧੰਨ ਹੈ। ਤੇ ਨਾਲ ਕਹਿੰਦੇ ਨੇ ਦੇਹੀ ਕਿਸਕੀ ਬਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਇਹਨੂੰ ਪਵਿੱਤਰ ਨਹੀਂ ਪੜਨਾ, ਪਵਿੱਤਰ ਤਰ ਕਰਕੇ ਬੋਲਣਾ ਹੈ, ਤਰ ਨਹੀਂ ਬੋਲਣਾ, ਅੱਧਾ ਰਾਰਾ ਹੈ। ਦੇਹੀ ਦਾ ਮਤਲਬ ਸਰੀਰ, ਬਾਪੁਰੀ ਦਾ ਮਤਲਬ ਵਿਚਾਰੀ, ਗ੍ਰਾਮ ਦਾ ਮਤਲਬ ਪਿੰਡ। ਹੁਣ ਗ੍ਰਾਮ ਦੇ ਮੁੰਮੇ ਥੱਲੇ ਔਂਕੜ ਹੈ ਕਿਉਂਕਿ ਇਹ ਪੁਲਿੰਗ ਸ਼ਬਦ। ਤਾਂ ਕਬੀਰ ਜੀ ਕਹਿੰਦੇ ਨੇ ਉਸ ਵਿਚਾਰੇ ਸਰੀਰ ਦੀ ਕੀ ਗੱਲ ਕਹੀ ਹੈ। ਉਹਦਾ ਸਰੀਰ ਤਾਂ ਪਵਿੱਤਰ ਹੋਣਾ ਇੱਕ ਨਿੱਕੀ ਜੀ ਗੱਲ ਹੈ। ਨਿਰਾ ਉਹਦਾ ਸਰੀਰ ਤਾਂ ਕਿਤੇ ਰਿਹਾ, ਉਹ ਸਾਰਾ ਪਿੰਡ ਹੀ ਪਵਿੱਤਰ ਹੋ ਜਾਂਦਾ ਹੈ ਜਿੱਥੇ ਰਹਿੰਦਾ ਮਨੁੱਖ ਰੱਬੀ ਗੁਣਾਂ ਦੀ ਗੱਲ ਕਰਦਾ ਹੈ। ਯਾਨੀ ਜੇ ਸਾਰਾ ਪਿੰਡ ਰੱਬੀ ਗੁਣਾਂ ਦੇ ਕਰਨ ਵਾਲੇ ਦੇ ਨਾਲ ਜੁੜੇਗਾ ਤਾਂ ਸਾਰਾ ਪਿੰਡ ਵੀ ਪਵਿੱਤਰ ਹੋ ਜਾਏਗਾ। ਔਰ ਅਸੀਂ ਕਹਿ ਸਕਦੇ ਹਾਂ ਜਿਸ ਪਿੰਡ ਦੇ ਅੰਦਰ ਕੋਈ ਮਹਾਨ ਵਿਅਕਤੀ ਚੰਗਾ ਪੈਦਾ ਹੋਇਆ ਹੈ, ਯਾਰ ਧੰਨ ਹੈ ਵੀ ਉਸ ਪਿੰਡ ਦਾ ਬੰਦਾ ਹੈ, ਉਹ ਪਿੰਡ ਦਾ ਵੀ ਨਾਮ ਰੋਸ਼ਨ ਹੋ ਜਾਂਦਾ ਨਾ। ਚਾਹੇ ਕੋਈ ਸਾਇੰਸ ਦੀ ਕਾਢ ਕੋਈ ਕੱਢਦਾ ਹੈ, ਧਰਮ ਦੀ ਦੁਨੀਆ ਵਿੱਚ ਕੋਈ ਚੰਗਾ ਕੰਮ ਕਰਦਾ ਹੈ, ਰਾਜਨੀਤੀ ਦੀ ਦੁਨੀਆ ਵਿੱਚ ਕੋਈ ਚੰਗਾ ਕੰਮ ਕਰਦਾ ਹੈ, ਤਾਂ ਅਸੀਂ ਕਹਿੰਦੇ ਹਾਂ ਨਾ ਵੀ ਉਹ ਪਿੰਡ ਯਾਰ ਭਾਗਾਂ ਵਾਲਾ ਹੈ, ਉਸ ਪਿੰਡ ਦੇ ਵਿੱਚ ਫਲਾਂ ਬੰਦਾ ਹੈ। ਤੇ ਜੇ ਉਹ ਪਿੰਡ ਦੇ ਲੋਕ ਉਸ ਬੰਦੇ ਦੇ ਨਾਲ ਜੁੜਨ ਤਾਂ ਉਹ ਪਿੰਡ ਵੀ ਪਵਿੱਤਰ ਹੋ ਜਾਏਗਾ। ਤਾਂ ਕਬੀਰ ਜੀ ਇੱਥੇ ਗੁਣਾਂ ਦੀ ਮਹਾਨਤਾ ਦਰਸਾ ਰਹੇ ਨੇ ਕਿ ਉਹ ਮੁਖ ਧੰਤਾ ਯੋਗ ਹੈ ਜਿਸ ਮੁਖ ਰਾਹੀਂ ਰੱਬੀ ਗੁਣਾਂ ਦਾ ਉਚਾਰਨ ਹੁੰਦਾ ਹੈ। ਦੇਹੀ ਵਿਚਾਰੀ ਕਾਦੀ ਹੈ, ਉਹਨੇ ਤੇ ਪਵਿੱਤਰ ਹੋਣਾ ਹੀ ਹੈ, ਉਹਦੇ ਅੱਖ ਕੰਨ ਨੱਕ ਤੇ ਪਵਿੱਤਰ ਹੋਣੇ ਨੇ, ਉਹਦੇ ਨਾਲ ਜੋ ਹੋਰ ਲੋਕ ਜੁੜਨਗੇ ਉਹ ਵੀ ਪਵਿੱਤਰ ਹੋ ਜਾਣਗੇ।
ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ। ਇਹ ਤੇ ਦੇਖੋ ਕੁਲ ਸਿੰਗੂਲਰ ਸ਼ਬਦ ਹੈ, ਪਰ ਭਲੀ ਤੋਂ ਪਤਾ ਲੱਗ ਰਿਹਾ ਨਾ ਭਲੀ, ਪਰ ਇੱਥੇ ਕੁਲ ਦੇ ਲੱਲੇ ਥੱਲੇ ਔਂਕੜ ਨਹੀਂ ਹੈ। ਕਿਉਂ? ਕਿਉਂਕਿ ਇਹ ਫੀਮੇਲ ਜੈਂਡਰ ਹੈ, ਇਸਤਰੀ ਲਿੰਗ ਸ਼ਬਦ ਹੈ, ਤੇ ਇਸਤਰੀ ਲਿੰਗ ਜੋ ਸ਼ਬਦ ਹੁੰਦੇ ਨੇ ਉਹ ਔਂਕੜ ਤੋਂ ਰਹਿਤ ਆਉਂਦੇ ਨੇ। ਕਬੀਰ ਸੋਈ ਕੁਲ ਭਲੀ, ਇੱਥੇ ਹੁਣ ਭਲੀ ਸ਼ਬਦ ਇਸਤਰੀ ਲਿੰਗ ਹੈ, ਇੱਥੋਂ ਇਹਦਾ ਪਤਾ ਲੱਗ ਰਿਹਾ ਹੈ। ਜਾ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ। ਕਬੀਰ ਜੀ ਕਹਿੰਦੇ ਨੇ ਉਹ ਕੁਲ ਭਲੀ ਹੈ ਜਿਸ ਕੁਲ ਦੇ ਅੰਦਰ ਪ੍ਰਭੂ ਦਾ ਦਾਸ ਪੈਦਾ ਹੁੰਦਾ ਹੈ। ਪ੍ਰਭੂ ਦਾ ਦਾਸ ਯਾਨੀ ਜੋ ਰੱਬੀ ਰਜਾ ਵਿੱਚ ਤੁਰਨ ਵਾਲਾ ਬੰਦਾ ਹੈ, ਜਿਹੜਾ ਬੰਦਾ ਪੈਦਾ ਹੋ ਕੇ ਰੱਬੀ ਗੁਣ ਗਾਉਂਦਾ ਹੈ, ਰੱਬ ਦੀ ਰਜਾ ਵਿੱਚ ਤੁਰਦਾ ਹੈ, ਰੱਬੀ ਗੁਣਾਂ ਦਾ ਧਾਰਨੀ ਹੈ, ਮਨ ਬਚਨ ਔਰ ਕਰਮ ਕਰਕੇ, ਉਹ ਕੁਲ ਚੰਗੀ ਹੈ। ਹੁਣ ਅਸੀਂ ਕਹਿੰਦੇ ਆ ਨਾ ਕਿ ਸਾਡੀ ਕੁਲ ਵੱਡੀ ਕੁਲ ਹੈ, ਉੱਚੀ ਜਾਤ ਹੈ। ਕਬੀਰ ਜੀ ਇੱਥੇ ਜਾਤੀਵਾਦ ਦਾ ਖੰਡਨ ਕਰ ਰਹੇ ਨੇ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਂ ਬੰਦੇ ਦੀ ਜਾਤ ਵੱਡੀ ਹੈ ਤਾਂ ਉਹਦੀ ਕੁਲ ਵੱਡੀ ਹੈ, ਫਲਾਂ ਬੰਦੇ ਦੇ ਕੋਲ ਧਨ ਦੌਲਤ ਬਹੁਤ ਹੈ ਤਾਂ ਉਹ ਵੱਡੀ ਕੁਲ ਹੈ। ਨਾ, ਇਹ ਪੈਮਾਨਾ ਨਹੀਂ ਹੈ, ਪੈਮਾਨਾ ਹੈ ਗੁਣਾਂ ਦਾ। ਉਹ ਕੁਲ ਚੰਗੀ ਹੈ ਜਿਸ ਕੁਲ ਦੇ ਅੰਦਰ ਰੱਬੀ ਗੁਣ ਗਾਣ ਵਾਲਾ ਬੰਦਾ ਪੈਦਾ ਹੋ ਰਿਹਾ। ਅਸੀਂ ਉਹਨੂੰ ਮਹਾਨ ਕਹਿ ਸਕਦੇ ਹਾਂ, ਜਾਤ ਕਰਕੇ ਜਾਂ ਪੈਸੇ ਕਰਕੇ ਨਹੀਂ। ਸਗੋਂ ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਅਸਲੀ ਨਿਰਧਨ ਔਰ ਨੀਵਾ ਉਹੀ ਹੈ ਕੰਗਾਲ, ਜਿਸ ਦੀ ਸੋਚ ਦੇ ਅੰਦਰ ਰੱਬੀ ਗੁਣ ਨਹੀਂ ਹਨ। ਜਿਹੇ ਕੁਲ ਦਾਸ ਨਾ ਉਪਜੈ, ਇੱਥੇ ਦੇਖੋ ਕੁਲ ਦਾ ਲੱਲਾ ਮੁਕਤਾ ਹੈ ਤੇ ਦਾਸ ਤੇ ਸੱਸੇ ਥੱਲੇ ਔਂਕੜ ਹੈ, ਕਿਉਂਕਿ ਦਾਸ ਮੇਲ ਜੈਂਡਰ ਵੀ ਹੈ ਔਰ ਸਿੰਗੂਲਰ ਵੀ ਹੈ। ਇੱਥੇ ਢਾਕ ਪਲਾਸ, ਹੁਣ ਢਾਕ ਪਲਾਸ ਤੇ ਅਖੀਰਲੇ ਅੱਖਰਾਂ ਥੱਲੇ ਔਂਕੜ ਆ ਗਿਆ ਕਿਉਂਕਿ ਪੇੜ ਦਰਖਤ ਇਹ ਮੇਲ ਜੈਂਡਰ ਹੈ, ਇਸ ਕਰਕੇ ਇੱਥੇ ਔਂਕੜ ਆ ਰਹੇ ਨੇ। ਦਾਸ ਸ਼ਬਦ ਪੁਲਿੰਗ ਹੈ, ਇਸ ਕਰਕੇ ਔਂਕੜ ਆ ਰਿਹਾ ਹੈ। ਕੁਲ ਸ਼ਬਦ ਇਸਤਰੀ ਲਿੰਗ ਹੈ, ਇਸ ਕਰਕੇ ਔਂਕੜ ਨਹੀਂ ਆਇਆ। ਤਾਂ ਕਬੀਰ ਜੀ ਕਹਿੰਦੇ ਨੇ ਜਿਸ ਕੁਲ ਵਿੱਚ ਪ੍ਰਭੂ ਦੀ ਯਾਦ ਵਾਲਾ ਇਨਸਾਨ ਨਹੀਂ, ਜਿਸ ਕੁਲ ਦੇ ਅੰਦਰ ਰੱਬੀ ਗੁਣ ਨਹੀਂ ਗਾਏ ਜਾਂਦੇ, ਸੋ ਕੁਲ ਢਾਕ ਪਲਾਸ, ਉਹ ਢਾਕ ਪੱਲਾ ਆਦਿਕ ਵਰਗੇ ਨਿਕੰਮੇ ਰੁੱਖਾਂ ਵਰਗੇ ਨੇ। ਜਿਹੜੀ ਢਾਕ ਹੈ ਨਾ, ਛਿਛਰਾ ਜਿਹਨੂੰ ਕਹਿ ਦਿੰਦੇ ਨੇ, ਨਾ ਤੇ ਉਹਦੀ ਲੱਕੜੀ ਇੰਨੀ ਮਜ਼ਬੂਤ ਹੁੰਦੀ ਹੈ ਕਿ ਉਹਦਾ ਫਰਨੀਚਰ ਵਗੈਰਾ ਬਣਾ ਲਿਆ ਜਾਏ, ਭੋਗੀ ਜੀ ਲੱਕੜੀ ਹੁੰਦੀ ਹੈ, ਸਿਰਫ ਬਾਲਣ ਦੇ ਕੰਮ ਆ ਸਕਦੀ ਹੈ, ਹੋਰ ਨਹੀਂ। ਨਾ ਉਹਦੇ ਪੱਤੇ ਕੰਮ ਆਉਂਦੇ ਨੇ, ਨਾ ਉਹਦੇ ਫਲ ਕੰਮ ਆਉਂਦੇ ਨੇ, ਬੇਕਾਰ ਹੈ ਉਹ। ਤਾਂ ਕਬੀਰ ਜੀ ਕਹਿੰਦੇ ਨੇ ਜਿਸ ਕੁਲ ਦੇ ਅੰਦਰ ਪੈਦਾ ਹੋ ਕੇ ਜੇ ਰੱਬੀ ਗੁਣ ਨਹੀਂ, ਇਨਸਾਨੀਅਤ ਨਹੀਂ, ਤਾਂ ਉਹ ਕੁਲ ਤਾਂ ਬੇਕਾਰ ਹੈ, ਉਹ ਬੰਦਾ ਤਾਂ ਬੇਕਾਰ ਹੈ ਜਿਹਨੇ ਇਸ ਦੁਨੀਆ ਵਿੱਚ ਆ ਕੇ ਕੋਈ ਚੰਗਾ ਕੰਮ ਹੀ ਨਹੀਂ ਕੀਤਾ, ਜਿਹੜਾ ਕਿਸੇ ਦੇ ਕੰਮ ਨਹੀਂ ਆਇਆ, ਜਿਸੇ ਨੇ ਕਿਸੇ ਦੇ ਜ਼ਖਮ ਤੇ ਮਲਮ ਨਹੀਂ ਲਗਾਈ, ਕਿਸੇ ਰੋਂਦੇ ਨੂੰ ਚੁੱਪ ਨਹੀਂ ਕਰਾਇਆ, ਕਿਸੇ ਡਿੱਗੇ ਨੂੰ ਉਠਾਇਆ ਨਹੀਂ, ਔਰ ਸਮਾਜ ਨੂੰ ਜਿਹਦੀ ਕੋਈ ਦੇਣ ਨਹੀਂ, ਸਗੋਂ ਉਹਨੇ ਸਮਾਜ ਦਾ ਸ਼ੋਸ਼ਣ ਕੀਤਾ ਹੈ, ਪਾਪ ਔਰ ਵਿਕਾਰ ਕਮਾਏ ਨੇ, ਉਹਦਾ ਫਾਇਦਾ ਕੀ ਹੈ? ਉਹ ਤੇ ਛਿਛਰੇ ਵਰਗਾ ਹੀ ਹੋਇਆ ਨਾ, ਨਾਮ ਯੁੱਗ ਦਾ ਤਾਂ ਵੀ ਸਰ ਜਾਣਾ ਸੀ। ਭਗਤ ਕਬੀਰ ਜੀ ਇੱਥੇ ਉਹਨੂੰ ਢਾਕ ਪਲਾਸ ਕਹਿ ਰਹੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਉਹਨੂੰ ਸਿਮਲ ਰੁੱਖ ਕਹਿ ਰਹੇ ਨੇ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਕੋਈ ਜੇ ਆਵੇਂ ਆਸ ਕਰ। ਤੇ ਉਹਨਾਂ ਨਾਲੋਂ ਤੇ ਪਸ਼ੂ ਚੰਗੇ ਨੇ। ਗੁਰਦੇਵ ਪਾਵਨ ਬਾਣੀ ਵਿੱਚ ਬਚਨ ਕਰਦੇ ਨੇ ਨਾ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ, ਤ੍ਰਿਗ ਜੀਵਨ ਕਰਮ ਕਰੇ। ਉਹਨਾਂ ਇਨਸਾਨਾਂ ਨਾਲੋਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗੁਣ ਨਹੀਂ, ਪਰ ਉਪਕਾਰ ਦੀ ਭਾਵਨਾ ਨਹੀਂ, ਉਹਨਾਂ ਨਾਲੋਂ ਤੇ ਪਸ਼ੂ ਚੰਗੇ ਨੇ ਜਿਹੜੇ ਤੂੜੀ ਖਾ ਕੇ ਦੁੱਧ ਦਿੰਦੇ ਨੇ। ਪਰ ਜਿਹੜੇ ਗੁਣਾਂ ਤੋਂ ਸਖਣੇ ਬੰਦੇ ਨੇ, ਲਾਨਤ ਹੈ ਉਹਨਾਂ ਦੀ ਜ਼ਿੰਦਗੀ ਨੂੰ, ਆਪ ਵੀ ਦੁਖੀ ਨੇ ਔਰ ਸਮਾਜ ਔਰ ਸੰਸਾਰ ਦੇ ਅੰਦਰ ਵੀ ਵਿਕਾਰਾਂ ਪਾਪਾਂ ਦੀ ਗੰਦਗੀ ਫੈਲਾਉਂਦੇ ਰਹਿੰਦੇ ਨੇ। ਕਬੀਰ ਹੈ ਗਏ ਬਾਹਨ ਸਘਨ ਕੰਨ, ਲਾਖ ਤਜਾ ਫੈਰਾਹੇ, ਯਾ ਸੁਖ ਤੇ ਭਿਖਿਆ ਭਲੀ, ਜੋ ਹਰ ਸਿਮਰਤ ਦਿਨ ਜਾਹੇ। ਹੈ ਦਾ ਮਤਲਬ ਹੈ ਘੋੜੇ, ਗਏ ਦਾ ਮਤਲਬ ਹਾਥੀ,
ਗੈ ਦਾ ਮਤਲਬ ਗੱਜ, ਹਾਥੀ। ਵਾਹਨ ਦਾ ਮਤਲਬ ਵਾਹਨ, ਸਵਾਰੀ ਕਰਨ ਲਈ। ਸਘਨ ਘਨ ਦਾ ਮਤਲਬ ਬੇਅੰਤ, ਅਨੇਕਾਂ। ਧਜਾ ਦਾ ਮਤਲਬ ਝੰਡੇ। ਫਹਿਰਾਏ ਦਾ ਮਤਲਬ ਹਵਾ ਵਿੱਚ ਝੂਲਣ, ਲਹਿਰਾਉਣ। ਇਹਨੂੰ ਫਹਿਰਾਹੇ ਨਹੀਂ ਪੜਨਾ, ਬਿੰਦੀ ਲਗਾ ਕੇ ਪੜਾਂਗੇ ਫਹਿਰਾਹੇ, ਕਿਉਂਕਿ ਕਿਰਿਆਵਾਚੀ ਸ਼ਬਦ ਹੈ। ਔਰ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਦੇ ਨਾਲ ਜਦੋਂ ਸਿਹਾਰੀ ਲੱਗੀ ਹੋਵੇ, ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ, ਉਸ ਦਾ ਉਚਾਰਨ ਨਾਸਕੀ ਹੋਏਗਾ। ਤਾਂ ਕਬੀਰ ਜੀ ਕਹਿੰਦੇ ਨੇ ਕਿ ਜੇ ਸਵਾਰੀ ਕਰਨ ਲਈ ਬੇਅੰਤ ਘੋੜੇ ਔਰ ਹਾਥੀ ਹੋਣ ਤੇ ਮਹਿਲਾਂ ਦੇ ਉੱਤੇ ਲੱਖਾਂ ਝੰਡੇ ਝੂਲਦੇ ਹੋਣ, ਇੰਨਾ ਤੇਜ ਪ੍ਰਤਾਪ ਹੋਵੇ, ਹਾਥੀ ਘੋੜੇ ਸਵਾਰੀਆਂ ਕਰਨ ਲਈ ਹੋਣ ਔਰ ਮਹਿਲਾਂ ਦੇ ਉੱਤੇ ਲੱਖਾਂ ਝੰਡੇ ਝੂਲਦੇ ਹੋਣ, ਇੰਨਾ ਤੇਜ ਪ੍ਰਤਾਪ ਹੋਵੇ, ਪਰ ਜੇ ਉਸ ਬੰਦੇ ਦੇ ਅੰਦਰ ਰੱਬੀ ਗੁਣ ਨਹੀਂ, ਇਨਸਾਨੀਅਤ ਨਹੀਂ, ਸਤ ਸੰਤੋਖ ਦਇਆ ਨਹੀਂ, ਉੱਚਾ ਆਚਰਨ ਨਹੀਂ, ਚੰਗੀ ਸੋਚ ਨਹੀਂ, ਤਾਂ ਕਬੀਰ ਜੀ ਕਹਿੰਦੇ ਨੇ ਇਆ ਸੁਖ ਤੇ ਭਿਖਿਆ ਭਲੀ, ਜੋ ਹਰ ਸਿਮਰਤ ਦਿਨ ਜਾਹੇ। ਇਹਨੂੰ ਪੜਾਂਗੇ ਜਾਹੇ। ਜੇ ਇੱਕ ਦਿਨ ਦੀ ਗੱਲ ਹੁੰਦੀ ਨਾ, ਫਿਰ ਦਿਨ ਦੇ ਨੰਨੇ ਥੱਲੇ ਔਂਕੜ ਆਣਾ ਸੀ। ਹੁਣ ਇਹ ਦਿਨ ਬਹੁਵਚਨੀ ਸ਼ਬਦ ਹੈ, ਔਰ ਜਾਹੇ ਇਹ ਕਿਰਿਆਵਾਚੀ ਸ਼ਬਦ ਦੇ ਹਾਹੇ ਨਾਲ ਸਿਹਾਰੀ ਹੈ, ਇਹ ਬਹੁਵਚਨੀ ਸ਼ਬਦ ਹੈ, ਇਸ ਲਈ ਪੜਾਂਗੇ ਜਾਹੇ। ਇਆ ਸੁਖ ਤੇ ਭਿਖਿਆ ਭਲੀ, ਜੋ ਹਰ ਸਿਮਰਤ ਦਿਨ ਜਾਹੇ। ਭਿਖਿਆ ਦਾ ਮਤਲਬ ਫਕੀਰਾਂ ਸਾਧੂਆਂ ਦਾ ਮੰਗਣਾ। ਤਾਂ ਗੁਰੂ ਜੀ ਕਹਿੰਦੇ ਨੇ ਵੀ ਜੇ ਰੱਬੀ ਗੁਣਾਂ ਦੇ ਵਿੱਚ ਜ਼ਿੰਦਗੀ ਗੁਜ਼ਰਦੀ ਹੈ ਨਾ, ਤਾਂ ਫਿਰ ਇਹੋ ਜਿਹੀ ਬਾਦਸ਼ਾਹੀ ਨਾਲੋਂ ਤੇ ਭਿਖਾਰੀ ਹੋਣਾ ਚਾਹੀਦਾ। ਘੱਟ ਤੋਂ ਘੱਟ ਕਿਸੇ ਦਾ ਨੁਕਸਾਨ ਤੇ ਨਹੀਂ ਨਾ ਕਰ ਰਿਹਾ। ਇੱਥੇ ਇਹ ਨਹੀਂ ਕਿ ਸਾਨੂੰ ਭੀਖ ਮੰਗਣ ਲਈ ਪ੍ਰੇਰਿਆ ਜਾ ਰਿਹਾ ਹੈ ਜਾਂ ਭੀਖ ਨੂੰ ਚੰਗਾ ਦੱਸਿਆ ਜਾ ਰਿਹਾ ਹੈ। ਗੁਰਬਾਣੀ ਦੇ ਅੰਦਰ ਭੀਖ ਮੰਗਣ ਨੂੰ ਚੰਗਾ ਨਹੀਂ ਕਿਹਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਲੋਕ ਤਿਕਾਰ ਕਹਿ ਮੰਗਤ ਜਨ, ਮੰਗਤ ਮਾਨ ਨਾ ਪਾਇਆ। ਕਿ ਕਦੇ ਵੀ ਮੰਗ ਕੇ ਕਿਸੇ ਨੇ ਮਾਣ ਆਦਰ ਹਾਸਲ ਨਹੀਂ ਕੀਤਾ। ਸਗੋਂ ਜੇ ਕੋਈ ਮੰਗਣ ਜਾਂਦਾ ਹੈ ਤਾਂ ਉਹਨੂੰ ਸਗੋਂ ਲਾਹਨਤਾਂ ਪੈਂਦੀਆਂ ਨੇ, ਫਿਟਕਾਰਾਂ ਪੈਂਦੀਆਂ ਨੇ। ਲੋਕ ਤਿਕਾਰ ਕਹਿ ਮੰਗਤ ਜਨ, ਲੋਕੀ ਲਾਹਨਤਾਂ ਪਾਉਂਦੇ ਨੇ। ਮੰਗਤ ਮਾਨ ਨਾ ਪਾਇਆ, ਕਦੇ ਵੀ ਮੰਗਦਿਆਂ ਹੋਇਆਂ ਕਿਸੇ ਨੇ ਮਾਣ ਨਹੀਂ ਪਾਇਆ, ਆਦਰ ਹਾਸਲ ਨਹੀਂ ਕੀਤਾ। ਤਾਂ ਗੁਰਦੇਵ ਪਾਤਸ਼ਾਹ ਜੀ ਨੇ ਧਰਮ ਦਾ ਜੋ ਪਹਿਲਾ ਸਿਧਾਂਤ ਹੈ ਉਹ ਕਿਰਤ ਕਰਨਾ ਰੱਖਿਆ ਹੈ। ਕਿਰਤ ਕਰਨਾ, ਇੱਥੇ ਮੰਗਣ ਦੀ ਪ੍ਰੋੜਤਾ ਨਹੀਂ ਕੀਤੀ ਜਾ ਰਹੀ ਕਿ ਭੀਖ ਮੰਗਣ ਲੱਗ ਜਾਓ ਨਾ। ਇਹ ਗੱਲ ਸਮਝਣ ਵਾਲੀ ਹੈ ਕਿ ਜੇ ਕੋਈ ਰਾਜਾ ਬਾਦਸ਼ਾਹ ਹੋਵੇ, ਉਹਦੇ ਕੋਲ ਲੱਖਾਂ ਹਾਥੀ ਘੋੜੇ ਹੋਣ, ਉਹਦਾ ਬੜਾ ਤੇਜ਼ ਪ੍ਰਤਾਪ ਚੱਲਦਾ ਹੋਵੇ, ਉਹਦੇ ਮਹਿਲਾਂ ਦੇ ਉੱਤੇ ਝੰਡੇ ਫਹਿਰਾਉਂਦੇ ਹੋਣ, ਪਰ ਜੇ ਉਹਦੇ ਅੰਦਰ ਇਨਸਾਨੀਅਤ ਨਹੀਂ ਤਾਂ ਉਹਦੇ ਨਾਲੋਂ ਇੱਕ ਭਿਖਾਰੀ ਚੰਗਾ ਹੈ। ਜੇ ਉਹਦੇ ਅੰਦਰ ਇਨਸਾਨੀਅਤ ਹੈ ਤਾਂ। ਹੁਣ ਔਰੰਗਜ਼ੇਬ ਦੇ ਮਹਿਲਾਂ ਦੇ ਉੱਤੇ ਝੰਡੇ ਝੂਲਦੇ ਹੋਣ ਤਾਂ ਉਹਨਾਂ ਦੀ ਵੈਲਿਊ ਕੀ ਹੈ? ਜਹਾਂਗੀਰ ਦੇ ਮਹਿਲਾਂ ਤੇ ਝੰਡੇ ਝੂਲਦੇ ਹੋਣ ਤੇ ਦੂਜੇ ਪਾਸੇ ਉਹ ਬੰਦਾ ਇੱਕ ਘਾਈ ਜਿਹੜਾ ਘਾਹ ਖੋਦ ਕੇ ਲਿਆ ਰਿਹਾ ਹੈ, ਗੁਜ਼ਾਰਾ ਕਰ ਰਿਹਾ ਹੈ, ਤੇ ਜਦੋਂ ਗਲਤੀ ਦੇ ਨਾਲ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ, ਸਾਖੀ ਆਉਂਦੀ ਹੈ ਨਾ, ਆਪ ਸਾਰਿਆਂ ਨੇ ਸਰਵਣ ਕੀਤੀ ਹੈ। ਤੇ ਜਦੋਂ ਉਹਨੇ ਕਿਹਾ ਵੀ ਕੁਛ ਮੰਗ, ਤੇ ਉਹ ਕਹਿੰਦਾ ਮੈਨੂੰ ਮੁਕਤੀ ਚਾਹੀਦੀ ਹੈ। ਤੇ ਜਹਾਂਗੀਰ ਸਮਝ ਗਿਆ ਕਿ ਇਹ ਗਲਤੀ ਨਾਲ ਆ ਗਿਆ, ਤੇ ਉਹ ਕਹਿਣ ਲੱਗਾ ਵੀ ਮੁਕਤੀ ਦਾਤਾ ਤੇ ਦੂਜੇ ਤੰਬੂ ਵਿੱਚ, ਇੱਥੇ ਤਾਂ ਤੈਨੂੰ ਰਾਜ ਭਾਗ ਮਿਲ ਸਕਦਾ। ਤੇ ਕਹਿੰਦੇ ਨੇ ਉਹ ਜਿਹੜਾ ਟਕਾ ਸੀ ਉਹਨੇ ਆਪਣਾ ਚੁੱਕ ਲਿਆ। ਉਹ ਕਹਿਣ ਲੱਗਾ ਇਹ ਟਕਾ ਰਹਿਣ ਦੇ, ਤੈਨੂੰ ਮੈਂ ਹੋਰ ਹੀਰੇ ਜਵਾਹਰਾਤ ਦੇ ਦਿੰਦਾ। ਉਹ ਕਹਿਣ ਲੱਗਾ ਨਾ, ਇਹ ਮੇਰੇ ਗੁਰੂ ਦਾ ਹੈ। ਯਾਨੀ ਉਹਦੇ ਨਜ਼ਰਾਂ ਦੇ ਅੰਦਰ ਬਾਦਸ਼ਾਹੀ ਦੀ ਕੀਮਤ ਕੀ ਰਹਿ ਗਈ? ਇੱਕ ਟਕਾ। ਤਾਂ ਉਹਦੇ ਨਾਲੋਂ ਉਹ ਇਨਸਾਨ ਚੰਗਾ ਹੈ ਜਿਹੜਾ ਬੰਦਾ ਕਿਰਤ ਕਰਦਾ ਹੈ, ਜਿਹਦੇ ਅੰਦਰ ਸੱਚਾਈ ਹੈ, ਜਿਸ ਦੇ ਅੰਦਰ ਦਇਆ ਹੈ। ਉਹ ਗਰੀਬ ਬੰਦਾ ਚੰਗਾ ਹੈ। ਜਾਂ ਸੁਖ ਤੇ ਭਿਖਿਆ ਭਲੀ, ਕਿ ਇਹੋ ਜਿਹੇ ਸੁੱਖਾਂ ਦੇ ਉਜਾਏ ਤਾਂ ਭਿਖਾਰੀ ਹੋ ਜਾਣਾ ਠੀਕ ਹੈ, ਗਰੀਬ ਹੋ ਜਾਣਾ ਠੀਕ ਹੈ, ਪਰ ਇਹੋ ਜਿਹੇ ਸੁੱਖ ਨਹੀਂ ਚਾਹੀਦੇ ਜਿੱਥੇ ਇਨਸਾਨੀਅਤ ਨਾ ਹੋਵੇ, ਜਿੱਥੇ ਸ਼ੁਭ ਗੁਣ ਨਾ ਹੋਣ, ਜਿੱਥੇ ਦਇਆ ਨਾ ਹੋਵੇ, ਜਿੱਥੇ ਪ੍ਰੇਮ ਨਾ ਹੋਵੇ। ਉਹਦੇ ਨਾਲੋਂ ਤਾਂ ਭਿਖਾਰੀ ਚੰਗਾ ਹੈ ਜਿਹਦੇ ਅੰਦਰ ਸ਼ੁਭ ਗੁਣ ਹੈ, ਜਿਹਦਾ ਆਚਰਨ ਉੱਚਾ ਹੈ। ਕਬੀਰ ਸਭ ਜਗ ਹੋਂ ਫਿਰਿਓ,
मांदल कंध चढ़ाए, कोई काहू को नहीं, सब देखी ठोक बजाए। मांदल ਦਾ ਮਤਲਬ ਹੈ ਢੋਲ, ਕੰਧ ਦਾ ਮਤਲਬ ਮੋਢਿਆਂ ਤੇ, ਚੜਾਏ ਦਾ ਮਤਲਬ ਰੱਖ ਕੇ। ਸਭ ਜਗ ਹੋਂ ਫਿਰਿਓ ਦਾ ਮਤਲਬ ਮੈਂ ਸਾਰੇ ਜਗਤ ਵਿੱਚ ਫਿਰਿਆ ਹਾਂ। ਕਬੀਰ ਜੀ ਕਹਿੰਦੇ ਨੇ ਮੈਂ ਢੋਲ ਮੋਢਿਆਂ ਤੇ ਰੱਖ ਕੇ ਵਜਾਂਦਾ ਫਿਰਿਆ ਹਾਂ, ਸਾਰਾ ਜਗਤ ਗਾਇਆ ਹੈ। ਮੈਂ ਪੁੱਛਦਾ ਫਿਰਿਆ ਹਾਂ ਕਿ ਦੱਸੋ ਭਾਈ, ਇਸ ਰਾਜ ਭਾਗ ਮਹਿਲ ਮਾੜੀਆਂ ਸਾਖ ਸੰਬੰਧੀ ਵਿੱਚੋਂ, ਜਾਂ ਜਿਹੜੇ ਪਿਛਲੇ ਸ਼ਲੋਕ ਵਿਚਾਰੇ ਨੇ, ਰਾਤ ਜਗਾਵਨ ਜਾਏ ਮੜੀਆਂ ਕਬਰਾਂ, ਉਹਨਾਂ ਵਿੱਚੋਂ ਕੋਈ ਕਿਸ ਦਾ ਸदैਵੀ ਸਾਥੀ ਹੈ, ਆਤਮਿਕ ਜੀਵਨ ਦਾ ਸਾਥੀ ਹੈ? ਜਿਹੜੇ ਪਿਛਲੇ ਸ਼ਲੋਕ ਵਿਚਾਰੇ ਨੇ, ਢੋਲ ਵਜਾਉਣ ਦਾ ਮਤਲਬ ਹੈ ਕਿ ਇਹ ਨਹੀਂ ਕਿ ਕਬੀਰ ਜੀ ਨੇ ਢੋਲ ਮੋਢੇ ਤੇ ਪਾਇਆ ਹੋਇਆ ਹੈ। ਢੋਲ ਵਜਾਉਣ ਦਾ ਮਤਲਬ ਹੁੰਦਾ ਕਿ ਮੈਂ ਤੇ ਢੋਲ ਵਜਾਇਆ ਹੈ, ਤੇ ਉੱਚੀ ਉੱਚੀ ਕੂਕ ਕੂਕ ਕੇ ਗੱਲ ਗਈ ਹੈ, ਪ੍ਰਤੱਖ ਤੌਰ ਤੇ ਮੈਂ ਪਰਖਿਆ ਹੈ। ਤੇ ਜਿਹੜੀਆਂ ਆ ਮੜੀਆਂ ਕਬਰਾਂ ਤੇ ਦੀਵੇ ਜਗਾ ਰਹੇ ਹੋ, ਕੀ ਉਹਦੇ ਨਾਲ ਬੱਚੇ ਹੋ ਜਾਣਗੇ? ਕੀ ਵਰਤ ਰੱਖਣ ਦੇ ਨਾਲ ਤੁਹਾਨੂੰ ਮੁਕਤੀ ਮਿਲ ਜਾਏਗੀ? ਕਿ ਰਾਜ ਭਾਗ ਜਿਹੜਾ ਹੈ ਸਿਰਫ ਰਾਜ ਭਾਗ ਤੇ ਗੁਣਾਂ ਦਾ ਨਾ ਹੋਣਾ, ਕਿ ਉਹ ਆਤਮਿਕ ਜੀਵਨ ਵਿੱਚ ਸਾਥੀ ਹੈ ਨੇ? ਕਿ ਸੱਚ ਨੂੰ ਛੱਡ ਕੇ ਤੇ ਜਿੰਨੇ ਵੀ ਸਾਡੇ ਸੰਗੀ ਸਾਥੀ ਨੇ, ਕਿ ਉਹ ਆਤਮਿਕ ਜੀਵਨ ਵਿੱਚ ਸਾਥ ਦੇਣਗੇ? ਕਬੀਰ ਜੀ ਕਹਿੰਦੇ ਨੇ ਮੈਂ ਚੰਗੀ ਤਰ੍ਹਾਂ ਪਰਖੀ ਇਹ ਗੱਲ, ਤੇ ਮੈਨੂੰ ਕੀ ਨਤੀਜਾ ਨਿਕਲਿਆ? ਕੋਈ ਕਾਹੂ ਕੋ ਨਹੀਂ। ਕਾਹੂ ਕੋ ਦਾ ਮਤਲਬ ਕਿਸੇ ਦਾ। ਸਭ ਦੇਖੀ ਠੋਕ ਵਜਾਏ, ਅਸੀਂ ਕਹਿੰਦੇ ਨਾ ਠੋਕ ਵਜਾ ਕੇ ਵੇਖ ਲਿਆ ਹੈ। ਇਹ ਠੋਕ ਵਜਾ ਕੇ ਵੇਖਣ ਨੂੰ ਮੇਰੀਆਂ ਭੈਣਾਂ ਸਮਝ ਜਾਣਗੀਆਂ, ਜਾਂ ਵੀਰ ਵੀ। ਤੁਸੀਂ ਕਈ ਵਾਰ ਦੇਖਿਆ ਸੀ ਨਾ, ਘੁਮਿਆਰ ਵੀਰਾਂ ਕੋਲੋਂ, ਪ੍ਰਜਾਪਤਾਂ ਕੋਲੋਂ ਘੜੇ ਲੈਣ ਜਾਈਦਾ ਸੀ, ਤੇ ਉਹ ਫਿਰ ਠੂੰਗਾ ਮਾਰ ਕੇ ਨਾ ਵਜਾ ਕੇ ਵੇਖਦੇ ਸਨ। ਜਿਹੜਾ ਘੜਾ ਟਨ ਟਨ ਦੀ ਆਵਾਜ਼ ਕਰਦਾ ਸੀ, ਦਾ ਮਤਲਬ ਉਹਦੇ ਵਿੱਚ ਕੋਈ ਤਰੇੜ ਨਹੀਂ ਹੈ। ਤੇ ਜੇ ਉਹਦੀ ਆਵਾਜ਼ ਪੂਰੀ ਨਹੀਂ ਸੀ ਨਿਕਲਦੀ, ਇਹਦਾ ਮਤਲਬ ਘੜੇ ਵਿੱਚ ਨਾ ਤਰੇੜ ਹੈ, ਕੋਈ ਲੀਕ ਹੈ, ਲੀਕੇਜ ਹੈ। ਤਾਂ ਠੋਕ ਵਜਾਉਣ ਦਾ ਮਤਲਬ ਹੈ ਪਰਖਣਾ। ਤਾਂ ਕਬੀਰ ਜੀ ਕਹਿੰਦੇ ਨੇ ਮੈਂ ਚੰਗੀ ਤਰ੍ਹਾਂ ਠੋਕ ਵਜਾ ਕੇ ਪਰਖ ਕੇ ਵੇਖ ਲਿਆ ਹੈ ਕਿ ਰੱਬੀ ਗੁਣਾ ਤੋਂ ਬਿਨਾਂ ਕੋਈ ਕਿਸੇ ਦਾ ਨਹੀਂ, ਕੋਈ ਕਿਸੇ ਦਾ ਸदैਵੀ ਸਾਥੀ ਨਹੀਂ, ਕੋਈ ਕਿਸੇ ਨੂੰ ਆਤਮਿਕ ਜੀਵਨ ਨਹੀਂ ਦੇ ਸਕਦਾ। ਜੇਕਰ ਸਾਡੇ ਜੀਵਨ ਦੇ ਅੰਦਰ, ਦੇਖੋ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਰਿਸ਼ਤੇ ਨਾਤੇ ਛੱਡਣ ਲਈ ਕਿਹਾ ਜਾ ਰਿਹਾ ਵੀ ਅਸੀਂ ਇੱਕ ਦੂਜੇ ਦੇ ਹੈ ਹੀ ਨਹੀਂ। ਗੱਲ ਇਹ ਨਹੀਂ ਹੈ, ਗੱਲ ਸਮਝਣ ਵਾਲੀ ਹੈ। ਜੇ ਸਾਡੀ ਜ਼ਿੰਦਗੀ ਵਿੱਚ ਸਚਾਈ ਨਹੀਂ ਰਿਸ਼ਤਿਆਂ ਵਿੱਚ, ਤਾਂ ਫਿਰ ਰਿਸ਼ਤੇ ਕੋਈ ਕਿਸੇ ਦੇ ਨਹੀਂ, ਫਿਰ ਇੱਕ ਧੋਖਾ ਹੀ ਹੈ ਨਾ। ਕਿੰਨੇ ਸਾਰੇ ਲੋਕ ਨੇ ਜੋ ਕਿਸੇ ਦੇ ਨਾਲ ਮਿੱਤਰਤਾ ਪਾਉਂਦੇ ਨੇ ਔਰ ਵਪਾਰ ਇਕੱਠਾ ਕਰਦੇ ਨੇ, ਤੇ ਫਿਰ ਬਾਅਦ ਦੇ ਵਿੱਚ ਕਿੰਨੇ ਲੋਕਾਂ ਤੋਂ ਸੁਣਨ ਤੋਂ ਮਿਲਦਾ ਹੈ ਕਿ ਅਸੀਂ ਯਾਰ ਵਪਾਰ ਇਕੱਠਾ ਕੀਤਾ ਸੀ, ਪਰ ਫਲਾਂ ਬੰਦੇ ਤੋਂ ਮੈਨੂੰ ਉਮੀਦ ਨਹੀਂ ਸੀ, ਧੋਖਾ ਦੇ ਗਿਆ, ਸਾਰੀ ਪ੍ਰਾਪਰਟੀ ਹੀ ਖਾ ਗਿਆ। ਕਈ ਵਾਰ ਅਸੀਂ ਦੇਖਦੇ ਹਾਂ ਕਿਸੇ ਦੇ ਘਰ ਬਹੁਤ ਕਿਸ ਦਾ ਆਉਣਾ ਜਾਣਾ ਹੁੰਦਾ ਹੈ, ਤੇ ਉਹ ਫਿਰ ਉਹਨਾਂ ਦੀ ਕਿਸੇ ਔਰਤ ਦੇ ਨਾਲ ਹੀ ਆਪਣਾ ਸੰਬੰਧ ਬਣਾਉਣ ਦੀ ਟਰਾਈ ਕਰਦਾ ਹੈ, ਜਾਂ ਖੋਟ ਕਮਾਉਂਦਾ ਹੈ, ਜਾਂ ਹੋਰ ਕੋਈ ਧੋਖਾ ਦੇ ਜਾਂਦਾ ਹੈ। ਤਾਂ ਜੇ ਸ਼ੁਭ ਗੁਣ ਨਹੀਂ ਹਨ, ਤਾਂ ਫਿਰ ਰਿਸ਼ਤੇ ਨਾਤੇ ਵੀ ਕਿਸੇ ਦੇ ਨਹੀਂ ਨਾ ਰਹਿ ਜਾਂਦੇ। ਜੇ ਇਨਸਾਨੀਅਤ ਨਹੀਂ ਅੰਦਰ, ਆਚਰਣ ਉੱਚਾ ਨਹੀਂ, ਤਾਂ ਫਿਰ ਸਾਡੇ ਰਿਸ਼ਤੇ ਨਾਤੇ ਵੀ ਇਹ ਝੂਠ ਹੈ, ਇੱਕ ਵਿਖਾਵਾ ਹੈ। जगत में झूठी देखी प्रीत, अपने ही सुख सिउ सब लागे, क्या दारा क्या मीत। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਮੈਂ ਇਹ ਸਭ ਦੁਨੀਆ ਨੂੰ ਚੰਗੀ ਤਰ੍ਹਾਂ ਪਰਖ ਕੇ ਦੇਖ ਲਿਆ ਹੈ। ਚਾਹੇ ਕੋਈ ਵਰਤਨ ਰਾਤੇ ਰੱਖਣ ਵਾਲੇ ਨੇ, ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਨੇ, ਰਾਤਾਂ ਜਗਾਉਣ ਵਾਲੇ ਨੇ, ਜਾਂ ਵਰਤ ਰੱਖਣ ਵਾਲੇ ਨੇ ਉਹੀ ਆਦਿਕ ਦੇ, ਜਾਂ ਰਾਜ ਮਹੱਲਾਂ ਦੇ ਅੰਦਰ ਵੱਡੇ ਵੱਡੇ ਆਨੰਦ ਲੈਣ ਵਾਲੇ ਨੇ, ਪਰ ਜੇ ਅੰਦਰ ਸੱਚਾਈ ਨਹੀਂ, ਤਾਂ ਕੋਈ ਕਿਸੇ ਦਾ ਸੱਚਾ ਸਾਥੀ ਨਹੀਂ ਜੇ, ਕੋਈ ਕਿਸੇ ਦਾ ਆਤਮਿਕ ਜੀਵਨ ਵਿੱਚ ਸਾਥੀ ਨਹੀਂ ਹੈ। ਤਾਂ ਇਸ ਲਈ ਦੇਖੋ ਸਾਨੂੰ ਕਿੰਨਾ ਮਹਾਨ ਰਾਸਤਾ ਦਿੱਤਾ ਜਾ ਰਿਹਾ ਹੈ ਕਿ ਜੇ ਅਸੀਂ ਸ਼ੁਭ ਗੁਣਾਂ ਦੇ ਧਾਰਨੀ ਹੁੰਦੇ ਹਾਂ, ਤਾਂ ਫਿਰ ਸਾਡੇ ਇਹ ਰਿਸ਼ਤੇ ਨਾਤੇ ਵੀ ਪਾਵਨ ਔਰ ਪਵਿੱਤਰ ਹੋ ਜਾਣਗੇ, ਇਹਨਾਂ ਦੀ ਵੀ ਮਹਾਨਤਾ ਹੋ ਜਾਏਗੀ। ਇਹਨਾਂ ਰਿਸ਼ਤਿਆਂ ਦੇ ਅੰਦਰੋਂ ਵੀ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਔਰ ਖੇੜਾ ਪ੍ਰਸੰਨਤਾ ਪੈਦਾ ਹੋਏਗੀ। ਤੇ ਜੇ ਸ਼ੁਭ ਗੁਣ ਨਾ ਹੋਏ, ਸੱਚਾਈ ਨਾ ਹੋਈ, ਉੱਚਾ ਆਚਰਣ ਨਾ ਹੋਇਆ, ਤਾਂ ਇਹ ਰਿਸ਼ਤੇ ਨਾਤੇ ਵੀ ਬੇਕਾਰ ਔਰ ਵਿਅਰਥ ਹੋ ਜਾਣਗੇ। ਇਹਨਾਂ ਚੋਂ ਵੀ ਸੁਖ ਪੈਦਾ ਨਹੀਂ ਹੋਏਗਾ, ਇਹ ਵੀ ਆਤਮਿਕ ਜੀਵਨ ਵਿੱਚ ਸਾਥੀ ਨਹੀਂ ਬਣਨਗੇ। ਮਾਰਗ ਮੋਤੀ ਬੀਥਰੇ,
अंधा निकस्यो आए, जोत बिना जगदीश की, जगत उलंघे जाए। ਮਾਰਗ ਦਾ ਮਤਲਬ ਰਾਸਤੇ ਵਿੱਚ। ਜੇ ਮਾਰਗ ਦੇ ਗੱਗੇ ਥੱਲੇ ਔਂਕੜ ਹੁੰਦਾ ਨਾ, ਇਹਦਾ ਅਰਥ ਬਣ ਜਾਣਾ ਸੀ ਇੱਕ ਰਾਸਤਾ। ਪਰ ਇੱਥੇ ਮਾਰਗ ਦੇ ਗੱਗੇ ਨਾਲ ਸਿਹਾਰੀ ਲੱਗੀ ਹੈ, ਜਿਸ ਦਾ ਮਤਲਬ ਮਾਰਗ ਵਿੱਚ, ਰਾਸਤੇ ਵਿੱਚ। ਬੀਥਰੇ ਦਾ ਮਤਲਬ ਖਿਲਰੇ ਹੋਏ, ਮੋਤੀ ਦਾ ਮਤਲਬ ਮੋਤੀ, ਕੀਮਤੀ ਪਦਾਰਥ। ਅੰਧਾ ਨਿਕਸਿਓ ਆਏ, ਨਿਕਸਿਓ ਆਏ ਦਾ ਮਤਲਬ ਸਬੱਬ ਦੇ ਨਾਲ ਕੋਈ ਅੰਨਾ ਬੰਦਾ ਆ ਜਾਏ। ਹੀਰੇ ਮੋਤੀ ਖਿਲ ਰਹੇ ਹੋਣ, ਜਵਾਹਰਾਤ ਖਿਲ ਰਹੇ ਹੋਣ, ਔਰ ਉਧਰੋਂ ਕੋਈ ਅੰਨਾ ਬੰਦਾ ਲੰਘੇ, ਤਾਂ ਉਹਦੇ ਵਾਸਤੇ ਤਾਂ ਹੀਰੇ ਮੋਤੀ ਨਾ ਦੇ ਬਰਾਬਰ ਨੇ, ਉਹਨੇ ਉੱਤੋਂ ਲੰਘ ਜਾਣਾ। ਉਹਨੂੰ ਪਤਾ ਹੀ ਨਹੀਂ ਹੈ, ਦੇਸੀ ਨਹੀਂ ਰਿਹਾ ਨਾ। ਹੁਣ ਕਬੀਰ ਜੀ ਕਹਿੰਦੇ ਨੇ, ਜਿਵੇਂ ਹੀਰੇ ਮੋਤੀ ਖਿਲ ਰਹੇ ਹੋਣ ਤੇ ਉਹਨਾਂ ਰਾਹਾਂ ਦੇ ਵਿੱਚੋਂ ਕੋਈ ਅੰਨਾ ਬੰਦਾ ਲੰਘੇ, ਤਾਂ ਉਹਦੇ ਵਾਸਤੇ ਹੀਰੇ ਮੋਤੀਆਂ ਦੀ ਕੋਈ ਵੈਲਿਊ ਨਹੀਂ, ਕਿਉਂਕਿ ਉਹਨੂੰ ਦੇਸੀ ਨਹੀਂ ਰਿਹਾ। ਇਸੇ ਤਰ੍ਹਾਂ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਜੋਤ ਬਿਨਾ ਜਗਦੀਸ਼ ਕੀ। ਜੋਤ ਦਾ ਮਤਲਬ ਚਾਨਣ, ਗਿਆਨ। ਉਹ ਗਿਆਨ ਜਿਸ ਰਾਹੀਂ ਸਾਨੂੰ ਸਾਰਿਆਂ ਦੇ ਵਿੱਚ ਰੱਬ ਦਿਸਣਾ ਹੈ। ਐਸਾ ਨੌਲੇਜ, ਐਸਾ ਗਿਆਨ, ਐਸੀ ਸੋਚ, ਜਿਹੜੀ ਸੋਚ ਰਾਹੀਂ ਮੈਂ ਤੁਹਾਡੇ ਵਿੱਚ, ਤੁਸੀਂ ਮੇਰੇ ਵਿੱਚ ਰੱਬ ਵੇਖਣਾ। ਜਗਤ ਉਲੰਘੇ ਜਾਏ ਦਾ ਮਤਲਬ ਲੰਘਦਾ ਜਾ ਰਿਹਾ ਹੈ, ਟੱਪਦਾ ਜਾ ਰਿਹਾ ਹੈ, ਲਤਾੜਦਾ ਤੁਰਿਆ ਜਾ ਰਿਹਾ ਹੈ, ਔਰ ਇਹਨੂੰ ਵੀ ਕੁਝ ਪਤਾ ਨਹੀਂ ਲੱਗ ਰਿਹਾ। ਹੁਣ ਇਹ ਚੀਜ਼ ਨੂੰ ਆਪਾਂ ਸਮਝਣਾ ਹੈ। ਕਹਿੰਦੇ ਨੇ, ਇੱਕ ਕਹਾਣੀ ਹੈ ਕਿ ਕੋਈ ਬੰਦਾ ਤੁਰਿਆ ਜਾ ਰਿਹਾ ਸੀ ਤੇ ਰਾਸਤੇ ਦੇ ਵਿੱਚ ਕੋਈ ਸੋਨੇ ਦੀਆਂ ਮੋਹਰਾਂ ਪਈਆਂ ਸੀ, ਤੇ ਜਦੋਂ ਨੇੜੇ ਪਹੁੰਚਿਆ ਨਾ, ਤੇ ਉਹਦੇ ਮਨ ਵਿੱਚ ਆਇਆ, ਯਾਰ ਮੈਂ ਵੇਖਦਾ ਵਾਂ ਅੰਨੇ ਬੰਦੇ ਕਿਵੇਂ ਤੁਰਦੇ ਨੇ ਭਲਾ। ਤੇ ਉਹਨੇ ਅੱਖਾਂ ਮੀਟ ਲਈਆਂ ਤੇ ਅੰਨੇ ਦੀ ਤਰ੍ਹਾਂ ਤੁਰਦਾ ਹੋਇਆ ਉਹਨਾਂ ਸੋਨੇ ਦੀਆਂ ਮੋਹਰਾਂ ਤੋਂ ਲੰਘ ਗਿਆ, ਤੇ ਉਹ ਉਹਦੇ ਕੰਮ ਨਹੀਂ ਆਈਆਂ। ਜਾਂ ਡਾਇਰੈਕਟ ਜੋ ਅੰਧਾ ਬੰਦਾ ਹੈ, ਜਿਵੇਂ ਭਗਤ ਕਬੀਰ ਜੀ ਕਹਿ ਰਹੇ ਨੇ, ਜੇ ਸੋਨੇ ਦੀਆਂ ਮੋਹਰਾਂ ਵੀ ਖਿਲ ਰਹੀਆਂ ਹੋਣ, ਹੀਰੇ ਮੋਤੀ ਖਿਲ ਰਹੇ ਹੋਣ, ਤੇ ਜੇ ਕੋਈ ਅੰਨਾ ਬੰਦਾ ਉੱਥੋਂ ਆਏ ਤੇ ਉਹਨਾਂ ਨੂੰ ਲਤਾੜ ਕੇ ਲੰਘ ਜਾਏਗਾ, ਕਿਉਂਕਿ ਉਹਨੂੰ ਦਿਸ ਨਹੀਂ ਰਿਹਾ, ਉਹਨੂੰ ਪਤਾ ਹੀ ਨਹੀਂ। ਇਸੇ ਤਰ੍ਹਾਂ ਜਿਸ ਦੇ ਕੋਲ ਗਿਆਨ ਨਹੀਂ, ਪਰਖ ਨਹੀਂ, ਉਹ ਬੰਦਾ ਇਸ ਸੰਸਾਰ ਦੇ ਅੰਦਰ ਹੀਰੇ ਮੋਤੀਆਂ ਨੂੰ ਲਤਾੜ ਕੇ ਲੰਘ ਰਿਹਾ ਹੈ, ਪਰ ਉਹਨਾਂ ਨੂੰ ਚੁੱਕ ਨਹੀਂ ਰਿਹਾ। ਕਿਹੜੇ ਨੇ ਉਹ ਹੀਰੇ ਮੋਤੀ? ਭਗਤ ਕਬੀਰ ਜੀ ਨੇ ਹੋਰ ਥਾਂ ਤੇ ਕਿਹਾ ਹੈ ਨਾ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰੇ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਪ੍ਰੇਮ, ਇਹ ਹੀਰੇ ਨੇ। ਤੇ ਆਮ ਜਿਹੜਾ ਬੰਦਾ ਹੈ, ਅਗਿਆਨ ਕਰਕੇ ਅੰਨਾ ਹੈ, ਅਗਿਆਨ ਕਰਕੇ ਅੰਨਾ, ਬੇਖਬਰ, ਤੇ ਇਹਨਾਂ ਸ਼ੁਭ ਗੁਣਾਂ ਨੂੰ ਲਤਾੜ ਕੇ ਲੰਘ ਰਿਹਾ ਹੈ, ਇਹਨਾਂ ਨੂੰ ਯੂਜ ਨਹੀਂ ਕਰ ਰਿਹਾ। ਇਹ ਬਹੁਤ ਅਮੀਰ ਹੋ ਸਕਦਾ ਹੈ, ਸੁਖੀ ਹੋ ਸਕਦਾ ਹੈ, ਮਹਾਨ ਇਨਸਾਨ ਹੋ ਸਕਦਾ ਹੈ, ਕੱਲਾ ਕੱਲਾ ਗੁਣ ਇਹਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਇੱਕ ਹੀਰਾ ਹੀ ਮਿਲ ਜਾਏ ਤੇ ਬੰਦੇ ਦੀ ਗਰੀਬੀ ਕੱਟੀ ਜਾਂਦੀ ਹੈ ਨਾ। ਤੇ ਏਡੇ ਵੱਡੇ ਗੁਣ, ਸੱਚਾਈ, ਦਇਆ, ਪ੍ਰੇਮ, ਮੁਹੱਬਤ ਸਾਡੇ ਅੰਦਰ ਪਏ ਨੇ, ਹਰ ਇੱਕ ਦੇ ਅੰਦਰ ਨੇ। ਆਪਾਂ ਗੱਲ ਰੋਜ਼ ਕਰ ਰਹੇ ਹਾਂ, ਹਰ ਇੱਕ ਦੇ ਅੰਦਰ ਨੇ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ। ਪਰ ਬੰਦਾ ਇਹਨਾਂ ਨੂੰ ਅੱਖਾਂ ਬੰਦ ਕਰਕੇ ਲੰਘੀ ਤੁਰਿਆ ਜਾ ਰਿਹਾ ਹੈ। ਈਰਖਾ ਨੂੰ ਚੁੱਕ ਲੈਂਦਾ ਹੈ, ਕ੍ਰੋਧ ਨੂੰ ਇਹ ਵਰਤ ਲੈਂਦਾ ਹੈ, ਕਾਮ ਨੂੰ ਵਰਤ ਲੈਂਦਾ ਹੈ, ਲੋਭ ਨੂੰ ਵਰਤ ਲੈਂਦਾ ਹੈ, ਸੰਤੋਖ ਨੂੰ ਨਹੀਂ ਵਰਤਦਾ, ਸਚਾਈ ਤੋਂ ਟੱਪ ਜਾਂਦਾ ਹੈ ਅੱਖਾਂ ਬੰਦ ਕਰਕੇ, ਪ੍ਰੇਮ ਤੋਂ ਟੱਪ ਜਾਂਦਾ ਹੈ ਅੱਖਾਂ ਬੰਦ ਕਰਕੇ, ਇਨਸਾਨੀਅਤ ਤੋਂ ਅੱਖਾਂ ਮੀਟ ਲੈਂਦਾ ਹੈ, ਅੱਖਾਂ ਮੀਟੀਆਂ ਹੋਈਆਂ ਨੇ। ਤੇ ਸਾਰਾ ਜਗਤ ਹੀ ਗਿਆਨ ਤੋਂ ਵਿਹੂਣਾ ਹੋਣ ਕਰਕੇ, ਸੂਝ ਤੋਂ ਸਖਣਾ ਹੋਣ ਕਰਕੇ, ਇੱਕ ਅੰਨੇ ਬੰਦੇ ਦੀ ਤਰ੍ਹਾਂ ਇਹਨਾਂ ਸ਼ੁਭ ਗੁਣਾਂ ਨੂੰ ਲਤਾੜਦਾ ਫਿਰਦਾ ਹੈ ਔਰ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ। ਤਾਂ ਕਬੀਰ ਜੀ ਸਾਨੂੰ ਇੱਥੇ ਸਮਝਾ ਰਹੇ ਨੇ, ਭਲਿਓ ਬੇਖਬਰ ਨਾ ਹੋਵੋ, ਸੁਚੇਤ ਹੋਵੋ, ਆਪਣੀਆਂ ਅੱਖਾਂ ਖੋਲੋ। ਤੁਹਾਡੇ ਇਸ ਜੀਵਨ ਸਫਰ ਦੇ ਅੰਦਰ ਬਹੁਤ ਹੀਰੇ ਔਰ ਮੋਤੀ ਖਿਲ ਰਹੇ ਹੋਏ ਨੇ, ਚਾਰ ਚੁਫੇਰੇ ਖਿਲ ਰਹੇ ਹੋਏ ਨੇ, ਜਗਤ ਦੇ ਹਰ ਥਾਂ ਤੇ ਖਿਲ ਰਹੇ ਹੋਏ ਨੇ। ਤੁਸੀਂ ਇੰਡੀਆ, ਪਾਕਿਸਤਾਨ, ਅਮਰੀਕਾ, ਕੈਨੇਡਾ, ਇੰਗਲੈਂਡ, ਕਿਤੇ ਵੀ ਚਲੇ ਜਾਓ, ਹਰ ਥਾਂ ਦੇ ਉੱਤੇ ਗੁਣ ਮੌਜੂਦ ਨੇ, ਹਰ ਥਾਂ ਦੇ ਉੱਤੇ ਸੁੱਖ ਮੌਜੂਦ ਨੇ,
ਹਰ ਥਾਂ ਤੇ ਇਨਸਾਨੀਅਤ ਮੌਜੂਦ ਹੈ। ਸੁਚੇਤ ਹੋਵੋ, ਇਹਨਾਂ ਗੁਣਾਂ ਦੀ ਵਰਤੋਂ ਕਰੋ। ਐਵੇਂ ਹੀ ਅਗਿਆਨਤਾਵਸ ਬੇਖਬਰ ਹੋ ਕੇ ਇਹਨਾਂ ਗੁਣਾਂ ਦੀ ਸਾਰ ਨੂੰ ਭੁਲਾਓ ਨਾ, ਇਹਨਾਂ ਦੀ ਸਾਰ ਨੂੰ ਜਾਣੋ, ਇਹਨਾਂ ਦੀ ਸਾਰ ਨੂੰ ਸਮਝੋ। ਤੁਹਾਡਾ ਜੀਵਨ ਬਹੁਤ ਕੀਮਤੀ ਹੋ ਸਕਦਾ ਹੈ, ਸਿਰਫ ਇਹਨਾਂ ਗੁਣਾਂ ਦੀ ਵਰਤੋਂ ਕਰਨੀ। ਤਾਂ ਗੁਰੂ ਪਾਤਸ਼ਾਹ ਜੀ ਮਿਹਰ ਕਰਨ, ਅਸੀਂ ਜਾਣ ਬੁੱਝ ਕੇ ਮਚਲੇ ਨਾ ਬਣੀਏ, ਅਸੀਂ ਆਪਣੀਆਂ ਅੱਖਾਂ ਖੋਲ੍ਹੀਏ। ਜਦੋਂ ਸਾਡੇ ਸਾਹਮਣੇ ਝੂਠ ਔਰ ਸੱਚ ਦੋ ਚੀਜ਼ਾਂ ਹੋਣ ਤਾਂ ਅਸੀਂ ਸੱਚ ਨੂੰ ਅਪਣਾਈਏ। ਦਇਆ ਔਰ ਕੁਦਇਆ ਦੋ ਚੀਜ਼ਾਂ ਹੋਣ ਤੇ ਅਸੀਂ ਦਇਆ ਨੂੰ ਚੁਣੀਏ। ਹਰ ਥਾਂ ਤੇ ਖਿਲਰੀ ਪਈ ਹੈ। ਜਿੱਥੇ ਵੀ ਮਿਹਨਤ ਕਰੋਗੇ, ਜਿੱਥੇ ਵੀ ਇਹਨਾਂ ਗੁਣਾਂ ਦੀ ਵਰਤੋਂ ਕਰੋਗੇ, ਉੱਥੇ ਹੀ ਇਹ ਜ਼ਿੰਦਗੀ ਨੂੰ ਸੁਖੀ ਔਰ ਸ਼ਾਂਤ ਕਰ ਦੇਣਗੇ। ਤੇ ਹਰ ਇਨਸਾਨ ਵਾਸਤੇ ਰਾਸਤਾ ਖੁੱਲਿਆ ਹੈ ਕਿ ਇਹਨਾਂ ਸ਼ੁਭ ਗੁਣਾਂ ਨੂੰ ਤੁਸੀਂ ਬਟੋਰ ਸਕਦੇ ਹੋ, ਜਿੰਨਾ ਮਰਜ਼ੀ ਬਟੋਰ ਲਓ। ਰਾਮ ਨਾਮ ਕੀ ਲੂਟ ਹੈ, ਲੁੱਟ ਪਈ ਹੋਈ ਹੈ, ਜਿੰਨੇ ਮਰਜ਼ੀ ਲੁੱਟ ਲਓ ਸ਼ੁਭ ਗੁਣ, ਕੋਈ ਕਿਸੇ ਨੂੰ ਨਹੀਂ ਵਰਦ ਰਿਹਾ। ਅਨੰਤ ਗੁਣ ਖਿਲ ਰਹੇ ਹੋਏ ਨੇ ਤੁਹਾਡੀ ਜ਼ਿੰਦਗੀ ਅੰਦਰ, ਅਨੰਤ ਗੁਣਾਂ ਦਾ ਖਜ਼ਾਨਾ ਭਰਿਆ ਹੈ ਤੁਹਾਡੇ ਹਰ ਇੱਕ ਦੇ ਅੰਦਰ। ਇਹਨਾਂ ਨੂੰ ਵਰਤੋ। ਸਿਰਫ ਗਿਆਨ ਵਿਹੂਣਾ ਮਨੁੱਖ ਇਹਨਾਂ ਗੁਣਾਂ ਦੇ ਉੱਤੇ ਤੁਰਿਆ ਫਿਰਦਾ ਹੈ, ਪਰ ਉਹਨਾਂ ਨੂੰ ਯੂਜ਼ ਨਹੀਂ ਕਰ ਰਿਹਾ। ਗੁਰੂ ਜੀ ਰਹਿਮਤ ਕਰਨ, ਅਸੀਂ ਆਪਣੀ ਮੱਤ ਦੀ ਵਰਤੋਂ ਕਰੀਏ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਵੀਏ, ਸਹੀ ਫੈਸਲੇ ਲਵੀਏ, ਗੁਣਾਂ ਵਾਲੀ ਜ਼ਿੰਦਗੀ ਜੀਵੀਏ, ਜਿਸ ਕਰਕੇ ਸਾਡਾ ਆਪਣਾ ਜੀਵਨ ਵੀ, ਪਰਿਵਾਰਕ ਜੀਵਨ ਵੀ ਔਰ ਸਮਾਜਿਕ ਜੀਵਨ ਵੀ ਸੁਖੀ ਔਰ ਸ਼ਾਂਤ ਹੋ ਸਕੇ।